वडा तेरा दरबार सच्चा तुर तखत, सिरशाह पातशाह नह चल छोर छत। पौड़ी वडे वड़ा पार तेरा मर्तबा, रंग निकला जप करतबा। ये अंदर जियो सब जान ला, सब तेरे वस तेरा कपला। तेरे घर आनंद दाई तुद घर, मान मत तेज अपने आप जर। सर्व कला भरपूर दिसै जत करला, नानक दासन दा तुद आगे बिन बरता। तेरा जी तेरा नाम सत है श्री वाहे। पौड़ी बड़ी हुडा बार तेरा मृतबा, रंग बिरंग नेक न जापन करतबा। जी अंदर जियो सब कुछ जान ला, सब कुछ तेरे वस तेरा कर भला। तेरे कर आनंद ਵਧਾਈ तुद कर मान महता तेज अपना आप जर। सर्व कला भरपूर दिसै जत कता, नानक दासन दास तुदे आगे बिनवता। लोक पवन गुरु पाणी पिता माता धरत महत, दिवस रात तोए दाई दाया खेलै सगल जगत। चंगियाइयां बुरियाइयां वाचै धर्म हदूर, करमी आपो अपनी के नेड़े के दूर। जिनी नाम ते आया गए मशक्कत काल, नानक ते मुख उजले केती छुटी ना। जिनी नाम ते आया गए मशक्कत काल, नानक ते मुख उजले केती छुटी नाल। वाहिगुरु जी का खालसा, वाहिगुरु जी की फतेह। ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ, ਸਿਮਰੋ ਅੰਗਦ ਦੁਖ, ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਵੋ। ਸ਼੍ਰੀ ਰਾਮਦਾਸ ਸ਼੍ਰੀ ਅਰਜਨ ਬਿਘਨ ਨ ਨਾਸ, ਸ਼੍ਰੀ ਹਰਿ ਗੋਬਿੰਦ ਸ਼ੁਭ ਸਮਤ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ।
ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰ ਤਰ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭੁਜੰਗ ਪ੍ਰਿਆਦ ਛੰਦ ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ ਮਹਾਮੋਹ ਹੰਤਾ ਕਨਾਨੰਦ ਦਾਤਾ ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ ਸਦਾ ਸਰਵ ਥਾਨੰ ਸਦਾ ਸਰਵ ਭਗਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ ਐਸੇ ਪਰਮ ਕਿਰਪਾਲੂ ਸਤਿਗੁਰੂ ਧਰਮ ਰੱਖਿਅਕ ਸਤਿਗੁਰੂ ਸਗਲ ਸ੍ਰਿਸ਼ਟੀ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਮੁਕਤੀ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀ ਵਾਨਾਂ ਦੇ ਵਿੱਚ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਉਤਮ ਭਾਵ ਹਨ ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਨਿਤਾ ਪ੍ਰਦ ਗੁਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਕਰਕੇ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਬੜੇ ਪ੍ਰੇਮ ਸਹਿਤ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਰੂਪ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ।
ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ। ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਦਾਤਾਰ ਪਿਤਾ ਕਿਰਪਾ ਕਰੋ, ਮੈਂ ਨਿਜ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ। ਮੈਨੂੰ ਤਾਂ ਹਰ ਵੇਲੇ ਖੁਸ਼ੀਆਂ ਗਮੀਆਂ ਲੱਗੀਆਂ ਰਹਿੰਦੀਆਂ ਨੇ, ਮਨ ਖੁਸ਼ੀਆਂ ਗਮੀਆਂ ਵਿੱਚ ਲੱਗਾ ਰਹਿੰਦਾ ਹੈ। ਬਹੁਤ ਅਗਿਆਨਤਾ ਹੈ, ਆਪ ਜੀ ਕਿਰਪਾ ਕਰੋ। ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੀ ਬੇਨਤੀ ਸੁਣੀ। ਦੱਸਣ ਵਾਸਤੇ ਬੋਲੇ, ਕਹਿਣ ਲੱਗੇ, ਭਾਈ ਲਹਿਣਾ ਜੀ, ਨਿਜ ਸਰੂਪ ਜਾਂ ਆਤਮਾ ਜੋ ਹੈ ਉਹਦਾ ਖੁਸ਼ੀ ਗਮੀ ਨਾਲ, ਜੰਮਣ ਮਰਨ ਨਾਲ ਕੋਈ ਸੰਬੰਧ ਨਹੀਂ। ਜਾਗਣ ਅਵਸਥਾ ਹੈ, ਸੁਪਨ ਅਵਸਥਾ ਹੈ, ਗੂੜੀ ਨੀਂਦ ਦੀ ਅਵਸਥਾ ਹੈ। ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚੋਂ ਆਤਮਾ ਨੂੰ ਹੀ ਦੇਖਣਹਾਰਾ ਜਾਣੋ। ਸਤੋ ਗੁਣ ਅੰਸ਼ ਤੋਂ ਅੰਤःਕਰਣ ਬਣਿਆ, ਔਰ ਇਸ ਅੰਤःਕਰਣ ਤੋਂ ਅੱਗੇ ਚਾਰ ਅਵਸਥਾਵਾਂ ਉਪਜੀਆਂ, ਮਨ, ਬੁੱਧ, ਚਿੱਤ, ਹੰਕਾਰ। ਅਤੇ ਜੋ ਇਹ ਅੰਤःਕਰਣ ਹੈ, ਜੋ ਆਤਮਾ ਹੈ, ਸਤ ਦਾ ਜਿਹੜਾ ਇਹਦੇ ਅੰਦਰ ਅੰਸ਼ ਹੈ, ਸਤੋ ਗੁਣ ਦਾ ਜੋ ਅੰਸ਼ ਹੈ, ਉੱਥੇ ਹੀ ਚੇਤਨਾ ਦਾ ਟਿਕਾ ਹੈ। ਪਰ ਉਹਨੂੰ ਵੇਖ ਕੌਣ ਸਕਦਾ ਹੈ? ਉਹਨੂੰ ਪਵਿੱਤਰ ਆਤਮਾ ਵਾਲੇ ਜਿਹੜੇ ਹਨ ਜੀਵ, ਉਹ ਵੇਖ ਸਕਦੇ ਨੇ। ਮਲੀਨ ਬੁੱਧੀ ਵਾਲੇ, ਮਲੀਨ ਆਤਮਾ ਵਾਲੇ ਨਹੀਂ ਵੇਖ ਸਕਦੇ, ਮਲੀਨ ਹਿਰਦੇ ਵਾਲੇ ਉਹਨੂੰ ਨਹੀਂ ਵੇਖ ਸਕਦੇ। ਇਸ ਕਰਕੇ 17 ਅੰਸ਼ਾਂ ਦੇ ਵਿੱਚੋਂ ਜਿਹੜਾ ਲਿੰਗ ਸਰੀਰ ਹੈ, ਸੂਖਮ ਸਰੀਰ ਉਪਜਦਾ ਹੈ, ਜਿਹਦੇ ਕਾਰਨ ਜੀਵ ਵਿਕਾਰਾਂ ਵਿੱਚ ਪੈ ਕੇ ਕਰਕੇ ਜੰਮਣ ਮਰਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। 5 ਕੋਸ਼ ਹਨ, 5 ਕੋਸ਼ਾਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ, ਵਰਣਨ ਕਰਕੇ ਜਨਾਇਆ, ਬਹੁਤ ਵਿਸਥਾਰ ਨਾਲ ਦੱਸਿਆ। ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੇ ਵਰਣਨ ਕਰਕੇ ਬਹੁਤ ਵਿਸਤਾਰ ਨਾਲ ਸਮਝਾਉਣਾ ਕੀਤਾ ਤੇ ਸੁਣਦਿਆਂ ਗਿਆਨ ਦੀ ਪ੍ਰਾਪਤੀ ਹੋਈ। ਭਾਈ ਲਹਿਣਾ ਜੀ ਦੀ ਨਿਜ ਸਰੂਪ ਵਿੱਚ ਲਿਵ ਜੁੜ ਗਈ, ਸਮਾਧੀ ਵਿੱਚ ਸਥਿਤ ਹੋਏ। ਕਾਫੀ ਸਮਾਂ ਸਮਾਧੀ ਲੱਗੀ ਰਹੀ ਤੇ ਜਦੋਂ ਸਮਾਧੀ ਵਿੱਚੋਂ ਬਾਹਰ ਆਏ, ਲਿਵ ਖੁੱਲੀ, ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਪਮਾ ਕਰਨ ਲੱਗੇ। ਆਓ ਕਿਸ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਨੇ, ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਦ ਛੰਦ, ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸਤਤ ਕਰਦੇ ਆ। ਭਾਈ ਲਹਿਣਾ ਜੀ ਕਹਿਣ ਲੱਗੇ, ਨਮੋ ਪਾਦ ਕੰਜੰ,
ਹੇ ਪਾਵਨ ਪਵਿੱਤਰ ਪਰਮ ਆਨੰਦ ਦੇ ਸਵਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਤੇ ਮੇਰੀ ਨਮਸਕਾਰ ਹੈ। ਗੁਰ ਗਿਆਨ ਗਿਆਤਾ, ਤੁਸੀਂ ਗਿਆਨ ਦੇ ਸਹਿਤ ਹੋ, ਤਤ ਬੇਤਾ ਹੋ, ਗਿਆਨ ਦੇ ਬੇਤਾ ਹੋ। ਮਹਾਮੋਹੰਤਾ ਕਨਾਨੰਦ ਦਾਤਾ। हे ਸਤਿਗੁਰੂ ਪਾਤਸ਼ਾਹ ਜੀ ਗੂੜੇ ਆਨੰਦ ਦੇ ਦਾਤਾ, ਆਪ ਬੱਦਲ ਦੇ ਸਮਾਨ ਗਿਆਨ ਦੇ ਦਾਤਾ ਹੋ ਸਤਿਗੁਰੂ ਪਾਤਸ਼ਾਹ ਜੀ, ਜਿਹੜੇ ਮਹਾਮੋਹੰਤਾ, ਜਿਹੜਾ ਇਹ ਮੋਹ ਦਾ ਨਾਸ਼ ਕਰਨ ਵਾਲੇ ਹੋ, ਜਿਹੜਾ ਮਹਾ ਮੋਹ ਹੈ ਇਹਦਾ ਨਾਸ਼ ਕਰਨ ਹਾਰੇ ਹੋ। ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ। ਹੈ ਸਤਿਗੁਰੂ ਪਾਤਸ਼ਾਹ ਜੀ ਲੋਕਾਂ ਦੇ ਈਸ਼ਵਰ ਤੇ ਲੋਕਾਂ ਨੂੰ ਰਚਨਹਾਰੇ, ਸ੍ਰਿਸ਼ਟੀ ਨੂੰ ਰਚਨਹਾਰੇ ਹੋ। ਸਦਾ ਸਰਵ ਥਾਨੰ ਸਦਾ ਸਰਵ ਪਰਤਾ। ਤੇ ਤੁਸੀਂ ਸਾਰੀਆਂ ਥਾਵਾਂ ਤੇ ਮੌਜੂਦ ਹੋ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਪਾਤਸ਼ਾਹ ਜੀ ਆਪ ਜੀ ਸਾਰੀਆਂ ਥਾਵਾਂ ਤੇ ਮੌਜੂਦ ਹੋ ਤੇ ਸਾਰਿਆਂ ਨੂੰ ਪਾਲਣ ਵਾਲੇ ਹੋ, ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲੇ ਹੋ। ਪਰਲੈ ਕਾਲਕਾਰੀ ਨਮੋ ਸਰਵ ਥਾਨੰ। ਪਰਲਕਾਰ ਕਰਨ ਵਾਲੇ ਹੋ। ਹੇ ਸਰਬ ਥਾਨਾਂ ਤੇ ਸਾਰਿਆਂ ਥਾਵਾਂ ਤੇ ਆਪ ਜੀ ਰਮੇ ਹੋਏ ਹੋ, ਸਾਰੀਆਂ ਥਾਵਾਂ ਤੇ ਆਪ ਮੌਜੂਦ ਹੋ, ਆਪ ਜੀ ਨੂੰ ਨਮਸਕਾਰ ਹੈ। ਮੁਕੰਦੰ ਪਖੰਡੰ ਨਿਕੰਦੰ ਪਰਮਾਰਥੰ। ਤੇ ਤੁਸੀਂ ਮੁਕਤੀ ਦੇ ਦਾਤੇ ਹੋ ਪਾਤਸ਼ਾਹ ਜੀ, ਪਖੰਡਾਂ ਦਾ ਨਾਸ਼ ਕਰਨ ਵਾਲੇ ਹੋ ਤੇ ਬਹੁਤ ਹੀ ਸੋਹਣੇ ਸੁੰਦਰ ਸਰੂਪ ਵਾਲੇ ਆਪ ਜੀ ਜਿਹੜਾ ਹੈ ਸੁਣਨ ਵਾਲੇ ਹੋ। ਤਰਿਓ ਦੇਹ ਹੇਤੰ ਦੁਖੀ ਦੇਖ ਜੰਤੰ। ਪਾਤਸ਼ਾਹ ਜੀ ਇਸ ਲੋਕਾਈ ਨੂੰ ਦੁਖੀ ਜਾਣ ਕਰਕੇ ਤੁਸੀਂ ਇਹ ਜਿਹੜਾ ਸਰੀਰ ਹੈ ਸਰਗੁਣ ਸਰੂਪ ਵਿੱਚ ਆਏ ਹੋ, ਇਹ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਉਣਾ ਕੀਤਾ, ਕਿਉਂਕਿ ਜਦੋਂ ਹਾਲਾਤ ਐਸੇ ਸਨ ਸੰਸਾਰ ਦੇ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਉਦੋਂ ਐਸੇ ਜਦੋਂ ਹਾਲਾਤ ਬਣੇ ਸਨ ਸਾਰੇ ਲੋਕ ਅਤ ਦੇ ਦੁਖੀ ਰਸਨ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਐਸੀ ਹਾਲਾਤ ਬਣੇ ਹੋਏ ਸਨ, ਪ੍ਰਜਾ ਅਤ ਦੇ ਦੁਖੀ ਸੀ, ਲੋਕ ਬਹੁਤ ਦੁਖੀ ਸਨ। ਲੋਕਾਂ ਦਾ ਇਹ ਦੁੱਖ ਵੇਖ ਕੇ ਧਰਤੀ ਨੇ ਪੁਕਾਰ ਕੀਤੀ, ਪਾਤਸ਼ਾਹ ਆਪ ਲੋਕਾਂ ਨੂੰ ਦੁਖੀ ਜਾਣ ਕਰਕੇ, ਲੋਕਾਂ ਦਾ ਦੁੱਖ ਹਰਨ ਵਾਸਤੇ, ਸੁਖ ਦੇਣ ਵਾਸਤੇ ਆਪ ਜੀ ਇਹ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਆਏ ਹੋ। ਕਿਰਪਾਲੰ ਵਿਸਾਲੰ ਅਕਾਲੰ ਅਨੰਤੰ। ਆਪ ਜੀ ਕਿਰਪਾਲੂ ਹੋ, ਵਿਸ਼ਾਲ ਹੋ, ਕਾਲ ਤੋਂ ਰਹਿਤ ਹੋ, ਆਪ ਜੀ ਅਨੰਤ ਸਰੂਪ ਹੋ। ਕਈ ਕੋਟ ਤਾਰੇ ਅਗੰ ਓਗਕਾਰੀ। ਜਿਹੜੇ ਪਾਪ ਕਰਨ ਵਾਲੇ ਜੀਵ ਨੇ ਕਰੋੜਾਂ ਦੇ ਗਿਣਤੀ ਵਿੱਚ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕਰਕੇ ਕਰੋੜਾਂ ਲੋਕ ਜਿਹੜੇ ਪਾਪੀ ਸਨ, ਪਾਪ ਕਰਨ ਵਾਲੇ, ਉਹਨਾਂ ਨੂੰ ਤਾਰਨਾ ਕੀਤਾ, ਉਹਨਾਂ ਨੂੰ ਤਾਰਨ ਵਾਲੇ ਹੋ। ਮਹਾ ਦੁਖ ਦਾਹੇ ਦਾਤਾਰੰ ਉਦਾਰੀ। ਸਤਿਗੁਰ ਪਾਤਸ਼ਾਹ ਜੀ ਆਪ ਜੀ ਉਦਾਰ ਕਰਤਾ ਹੋ, ਦਾਤਾਰ ਪਾਤਸ਼ਾਹ ਜੀ ਆਪ ਦਾਤਾਰ ਹੋ, ਦਾਤਾਂ ਦੇਣ ਵਾਲੇ ਹੋ। ਮਹਾ ਦੁੱਖਾਂ ਨੂੰ ਸਾੜਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ ਦੁੱਖਾਂ ਦਾ। ਪ੍ਰਮ ਪਰਮ ਈਸ਼ੰ ਪ੍ਰਮ ਪਰਮ ਬੇਤਾ। ਪਾਤਸ਼ਾਹ ਆਪ ਵੱਡਿਆਂ ਤੋਂ ਵੱਡੇ ਈਸ਼ਵਰ ਸਰੂਪ ਹੋ ਤੇ ਵੱਡਿਆਂ ਤੋਂ ਵੱਡੇ ਗਿਆਤਾ ਹੋ। ਸਤਿਗੁਰੂ ਪਾਤਸ਼ਾਹ ਜੀ ਆਪ ਵੱਡਿਆਂ ਤੋਂ ਵੱਡੇ ਜਿਹੜੇ ਗਿਆਨਵਾਨ ਗਿਆਤਾ, ਉਹਨਾਂ ਤੋਂ ਵੱਡੇ ਹੋ। ਪ੍ਰਮ ਪਰਮ ਆਸ਼ਰੋ ਪ੍ਰਮ ਪਰਮ ਜੀਤਾ। ਤੇ ਆਪ ਜੀ ਪ੍ਰੇਮ ਕਰਨ ਵਾਲਿਆਂ ਦਾ ਓਟ ਤੇ ਆਸਰਾ, ਉਹਨਾਂ ਨੂੰ ਆਸਰਾ ਦੇਣ ਵਾਲੇ ਹੋ। ਜਿਹੜੇ ਆਪ ਜੀ ਨੂੰ ਪ੍ਰੇਮ ਕਰਨ ਵਾਲੇ ਨੇ ਉਹਨਾਂ ਦੇ ਨਿਕਟਵਰਤੀ ਹੋ, ਜਿਹੜੇ ਆਪ ਜੀ ਨੂੰ ਪ੍ਰੇਮ ਕਰਦੇ ਨੇ ਸਦਾ ਹੀ ਉਹਨਾਂ ਦੇ ਨਿਕਟਵਰਤੀ ਹੋ ਕੇ ਰਹਿੰਦੇ ਹੋ।
ਪ੍ਰਮਾਨੰਦ ਮਾਦੋ ਪ੍ਰਮ ਪ੍ਰਮ ਪਾਸੰ। ਇਸ ਕਰਕੇ ਪਾਤਸ਼ਾਹ ਜੀ ਦਾਸਾਂ ਦੇ ਨਾਲ ਮਨੋ ਹੋ ਕੇ ਉਹਨਾਂ ਦੇ ਸਹਾਇਕ ਬਣਨ ਵਾਲੇ ਹੋ। ਦਾਸਾਂ ਦੀ ਤੁਸੀਂ ਹਰ ਪ੍ਰਕਾਰ ਦੇ ਨਾਲ ਜਿਹੜੀ ਹੈ ਮਦਦ ਕਰਦੇ ਹੋ। ਪਰਮ ਜੋਤ ਆਪ ਜੀ ਦੀ ਜਿਹੜੀ ਜੋਤ ਹੈ ਉਹ ਸਾਰਿਆਂ ਤੋਂ ਵੱਡੀ ਤੇ ਨਿਰਾਲੀ। ਆਪ ਈਸ਼ਵਰ ਸਵਰੂਪ ਸਾਰਿਆਂ ਤੋਂ ਵੱਡੇ ਹੋ। ਪ੍ਰਭੂ ਪਰਮ ਪੂਰੰ ਪ੍ਰਮੰ ਪਿਆਰ ਦਾਸੰ। ਤੇ ਪ੍ਰੇਮੀਆਂ ਦੇ ਅਤ ਨਿਕਟੀ ਹੋ, ਦਾਸਾਂ ਦੇ ਨਾਲ ਸਨੇਹ ਕਰਨ ਵਾਲੇ ਹੋ, ਪਿਆਰ ਕਰਨ ਵਾਲੇ ਹੋ। ਅਪਰੋਖੰ ਸੋ ਪ੍ਰੋਖੰ ਪ੍ਰਮੰ ਰੂਪ ਤੇਰੋ। ਛੁਪ ਹੋਏ ਰੂਪ ਤੋਂ ਪ੍ਰਗਟ ਹੋਏ ਹੋ। ਇਹ ਗੁਰੂ ਰੂਪ ਆਪ ਜੀ ਦਾ ਵੱਡਾ ਰੂਪ ਹੈ। ਗੁਰੂ ਰੂਪ ਧਾਰਨ ਕਰਕੇ ਆਪ ਜੀ ਸੰਸਾਰ ਵਿੱਚ ਆਏ ਹੋ। ਇਹ ਆਪ ਜੀ ਦਾ ਸੋਹਣਾ ਸੁੰਦਰ ਸਰੂਪ ਵੱਡਾ ਰੂਪ ਹੈ। ਤੂੰ ਹੀ ਏਕ ਨਿਯੰਤਾ ਸਦਾ ਮਾਇਆ ਕੇਰੋ। ਸਤਿਗੁਰੂ ਪਾਤਸ਼ਾਹ ਜੀ ਇੱਕ ਤੁਸੀਂ ਹੀ ਹੋ ਜੋ ਸਾਰਿਆਂ ਨੂੰ ਪ੍ਰੇਰਣਾ ਕਰਨ ਵਾਲੇ ਹੋ। ਪ੍ਰੇਰਣਾ ਸਰੋਤ ਹੋ, ਸਾਰਿਆਂ ਨੂੰ ਪ੍ਰੇਰਣਾ ਕਰਦੇ ਆਪ ਜੀ ਉਹ ਇੱਕ ਹੋ। ਸਮਾਨੰ ਨਾਯਾਨੰ ਬਖਾਨੰ ਕੇ ਕੀਜੈ। ਆਪ ਜੀ ਦੇ ਸਮਾਨ ਦੁਨੀਆ ਵਿੱਚ ਹੋਰ ਕੋਈ ਪ੍ਰਗਟ ਨਹੀਂ ਹੋਇਆ। ਆਪ ਜੀ ਦੇ ਬਰਾਬਰ ਦਾ ਕੋਈ ਸੰਸਾਰ ਵਿੱਚ ਨਹੀਂ ਆਇਆ ਜਿਹਨੂੰ ਵੇਖ ਕਰਕੇ ਕੋਈ ਉਹਦੇ ਬਾਬਤ ਆਪ ਜੀ ਦੇ ਨਾਲ ਤੁਲਨਾ ਕਰ ਸਕੀਏ। ਕੇਵਲ ਇੱਕ ਆਪ ਸਮਰੱਥ ਹੋ, ਸਾਰਿਆਂ ਤੋਂ ਵੱਡੇ ਈਸ਼ਵਰ ਹੋ, ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲੇ ਹੋ, ਆਪਣੇ ਸਨੇਹੀਆਂ ਦੇ ਨਿਕਟਵਰਤੀ ਹੋ। ਇਸ ਕਰਕੇ ਆਪ ਜੀ ਦੇ ਬਰਾਬਰ ਦਾ ਕੋਈ ਵੀ ਸੰਸਾਰ ਵਿੱਚ ਨਹੀਂ ਆਇਆ। ਨਿਧਾਨੰ ਮਹਾਨੰ ਸੋ ਜਾਨੰ ਪਨੀਜੈ। ਤੇ ਆਪ ਜੀ ਗੁਨਾਹ ਦੇ ਖਜ਼ਾਨੇ ਹੋ ਪਾਤਸ਼ਾਹ ਜੀ। ਨਿਧਾਨੰ ਮਹਾਨੰ ਸੋ ਜਾਨੰ ਪਨੀਜੈ। ਤੇ ਪਾਤਸ਼ਾਹ ਅਸੀਂ ਜਿੰਨਾ ਕੁ ਜਾਣ ਸਕੇ ਆ ਓਨਾ ਕੀ ਬਿਆਨ ਕਰ ਸਕਦੇ ਆ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ। ਆਪ ਮਹਾਨ ਖਜ਼ਾਨੇ ਹੋ ਪਾਤਸ਼ਾਹ। ਅਸੀਂ ਤਾਂ ਜਿੰਨਾ ਕੁ ਜਾਣ ਸਕੇ ਆ ਓਨਾ ਹੀ ਬਿਆਨ ਕਰ ਸਕਦੇ ਹਾਂ। ਪੂਰਨ ਰੂਪ ਵਿੱਚ ਆਪ ਜੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪੁਰਾਨੰ ਸੁਭਾਨੰ ਪਰੇਮੰ ਪਵਿੱਤਰੰ। ਪ੍ਰਾਣ ਪ੍ਰਾਣੇ ਭਾਵ ਆਦ ਜਿਹੜੇ ਹਨ ਉਹਨਾਂ ਨੂੰ ਜਾਣਨ ਵਾਲੇ ਹੋ। ਸੁਭਾਨੰ ਪਰੇਮੰ ਪਵਿੱਤਰੰ। ਸੋ ਸੁਤੇ ਸਿੱਧ ਪ੍ਰਕਾਸ਼ ਆਪ ਜੀ ਦਾ ਹੋਇਆ ਪਾਤਸ਼ਾਹ ਜੀ। ਸੰਸਾਰ ਦੇ ਵਿੱਚ ਪੁਰਾਨੰ ਸੁਭਾਨੰ ਪੁਰਾਣੇ ਸੁਭਾਵਾਂ ਨੂੰ ਜਾਣਨ ਵਾਲੇ ਹੋ, ਪ੍ਰੇਮ ਦੇ ਸਹਿਤ ਹੋ, ਪਵਿੱਤਰ ਹੋ। ਨਿਰਾਲੰਬ ਨਾਥੰ ਨਿਰਾਲੰਬ ਚਿਤਰੰ। ਤੇ ਪਾਤਸ਼ਾਹ ਜੀ ਨਿਰਾਲੰਬ ਆਪ ਜੀ ਦਾ ਜਿਹੜਾ ਸਵਰੂਪ ਅਚਰਜ ਹੈ ਔਰ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਨਿਆਸਰਿਆਂ ਦੇ ਤੁਸੀਂ ਮਾਲਕ ਹੋ। ਨਿਰਾਕਾਰ ਸਾਕਾਰ ਏਕੋ ਤੂੰ ਹੀ ਹੈ। ਆਪ ਜੀ ਦਾ ਚਿੱਤਰ ਸਰੂਪ ਨਿਰਾਸਰੇ ਹੈ ਪਾਤਸ਼ਾਹ। ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਆਪ ਜੀ ਦਾ ਚਿੱਤਰ ਨਿਰਾਸਰਾ ਹੈ। ਨਿਰਾਕਾਰ ਸਾਕਾਰ ਏਕੋ ਤੂੰ ਹੀ ਹੈ। ਆਪ ਜੀ ਰੂਪ ਰਹਿਤ ਵੀ ਹੋ ਤੇ ਰੂਪ ਵਾਲੇ ਵੀ ਹੋ। ਨਿਰਗੁਣ ਵਿੱਚ ਆਪ ਜੀ ਦਾ ਕੋਈ ਸਰੂਪ ਨਹੀਂ, ਸਰਗੁਣ ਦੇ ਵਿੱਚ ਆਪ ਜੀ ਦਾ ਸਰੂਪ ਹੈ। ਰੂਪ ਰਹਿਤ ਵੀ ਹੋ ਤੇ ਰੂਪ ਵਾਲੇ ਵੀ ਹੋ। ਅਜਾਤੇ ਪਰੇ ਰੂਪ ਤੇਰੋ ਸਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਕਹਿਣ ਲੱਗੇ ਮਾਇਆ ਤੋਂ ਪਰੇ ਆਪ ਜੀ ਦਾ ਸੋਹਣਾ ਸੁੰਦਰ ਸਵਰੂਪ ਜਿਹੜਾ ਹੈ ਉਹ ਮਾਇਆ ਤੋਂ ਪਰੇ, ਮਾਇਆ ਤੋਂ ਨਿਰਲੇਪ ਹੈ। ਅਲਖੰ ਅਪਖੰ ਅਕਥੰ ਅਲੇਖੰ। ਆਪ ਜੀ ਨੂੰ ਕੋਈ ਲੱਖ ਨਹੀਂ ਸਕਦਾ। ਅਪਖੰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਬਾਬਤ ਕੋਈ ਬਿਆਨ ਨਹੀਂ ਕਰ ਸਕਦਾ। ਆਪ ਅਪਖੰਗ ਤੋਂ ਭਾਵ ਆਪ ਖਾਣ ਤੋਂ ਰਹਿਤ ਹੋ। ਨਿਰਗੁਣ ਸਰੂਪ ਦੀ ਉਪਮਾ ਕਰਦੇ ਆ, ਕਹਿੰਦੇ ਆਪ ਜੀ ਖਾਣ ਤੋਂ ਰਹਿਤ ਹੋ। ਜੇ ਕਿਸੇ ਲੇਖ ਹੇਠ ਨਾ ਹੋਵੇ ਸਤਿਗੁਰੂ ਪਾਤਸ਼ਾਹ ਜੀ ਅਪਖੰਗ ਅਕਥੰ ਜੋ ਕਥਨ ਵਿੱਚ ਨਹੀਂ ਆਉਂਦਾ ਉਹ ਆਪ ਜੀ ਦਾ ਸਰੂਪ ਹੈ। ਅਲੇਖੰ ਜੋ ਲੇਖੇ ਵਿੱਚ ਨਹੀਂ, ਆਪ ਲੇਖੇ ਤੋਂ ਬਾਹਰ ਹੋ। ਅਮੋਹੰ ਅਦਰੋਹੰ ਅਜੋਹੰ ਅਪੇਖੰ। ਅਮੋਹੰ ਮੋਹ ਤੋਂ ਰਹਿਤ ਹੋ। ਅਦਰੋਹੰ ਜੋ ਛਲਿਆ ਨਾ ਜਾ ਸਕੇ, ਜੋ ਦਿਸੇ ਨਾ ਅੱਖਾਂ ਦੇ ਨਾਲ ਨਜ਼ਰ ਨਾ ਆਵੇ।
ਨਾ ਮਿਤਯੰ ਅਕਿਤਯੰ ਸੋ ਨਿਤਯੰ ਅਜਿਤਯੰ। ਮਿਤ ਰਹਿਤ ਹੋ ਪਾਤਸ਼ਾਹ ਜੀ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ, ਨਾ ਜਿੱਤੇ ਜਾਣ ਵਾਲੇ ਹੋ। ਅਮਾਯੰ ਸੋ ਦਾਸੰ ਸਹਾਯੰ ਤਚਿਤਯੰ। ਤੇ ਆਪ ਜੀ ਸਦਾ ਸਤਿਗੁਰੂ ਪਾਤਸ਼ਾਹ ਜੀ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਦਾਸਾਂ ਦੇ ਸਹਾਇਕ ਹੋ। ਜਿਹੜੇ ਵੀ ਆਪ ਜੀ ਨੂੰ ਪ੍ਰੇਮ ਕਰਦੇ ਹਨ ਸਤਿਗੁਰੂ ਪਾਤਸ਼ਾਹ, ਉਹਨਾਂ ਦੇ ਤੁਸੀਂ ਸਦਾ ਸਹਾਇਕ ਬਣਦੇ ਹੋ। ਮਨੰ ਕਾਨਨੰ ਕਾਮ ਕ੍ਰੋਧਾਦ ਗੈਸੇ। ਮਨ ਰੂਪੀ ਜੰਗਲ ਦੇ ਅੰਦਰ ਕਾਮ ਕ੍ਰੋਧ ਰੂਪੀ ਜੋ ਹਾਥੀ ਦੇ ਸਮਾਨ ਹਨ। ਮਨ ਰੂਪੀ ਜੰਗਲ ਦੇ ਵਿੱਚ ਕਾਮ ਕ੍ਰੋਧ ਜੋ ਹਾਥੀ ਦੇ ਸਮਾਨ ਹਨ। ਤੁਮਾਰੇ ਸੋ ਬੈਨੰ ਆਹੇ ਸਿੰਘ ਜੈਸੇ। ਤੇ ਆਪ ਜੀ ਦੇ ਜਿਹੜੇ ਬਚਨ ਹਨ ਪਾਤਸ਼ਾਹ ਜੀ, ਉਹ ਸ਼ੇਰ ਦੇ ਸਮਾਨ ਹਨ। ਇਹਨਾਂ ਨੂੰ ਢਾ ਲੈਣ ਵਾਲੇ ਸ਼ੇਰ ਦੇ ਸਮਾਨ ਉਹ ਆਪ ਜੀ ਦੇ ਬਚਨ ਹਨ। ਅੰਧੇਰੇ ਮਹਾਮੋਹ ਕੋ ਮਾਰ ਤੰਡੰ। ਜਿਵੇਂ ਅਗਿਆਨਤਾ ਦਾ ਮੋਹ ਰੂਪੀ ਹਨੇਰਾ ਹੋਵੇ, ਉਹ ਅਗਿਆਨਤਾ ਦੇ ਮੋਹ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਆਪ ਸੂਰਜ ਦੇ ਸਮਾਨ ਹੋ। ਨਿਰੀਹੰ ਨਿਰਬਾਣੰ ਸਦਾ ਜੈ ਅਖੰਡੰ। ਆਪ ਜੀ ਇੱਛਾ ਰਹਿਤ ਹੋ, ਨਿਰਬਾਣ ਹੋ, ਨਾ ਖੰਡੇ ਜਾਣ ਵਾਲੇ ਹੋ। ਪਾਤਸ਼ਾਹ ਜੀ ਆਪ ਜੀ ਦਾ ਇਹ ਸਵਰੂਪ ਹੈ। ਦੁਖੰ ਦੁੱਧ ਸਿੱਧੰ ਅਗਸਤੰ ਅਨੂਪੰ। ਆਪ ਜੀ ਦੀ ਸਦਾ ਜੈ ਹੋਵੇ। ਦੁਖੰ ਦੁੰਦ, ਜਿਹੜੇ ਦੁੱਖ ਹਨ ਵੱਡੇ ਦੁੱਖਾਂ ਦੇ ਪਹਾੜ, ਪਾਤਸ਼ਾਹ ਜੀ ਉਹਨਾਂ ਦੁੱਖਾਂ ਨੂੰ ਹਰ ਲੈਣ ਵਾਲੇ ਹੋ, ਦੁੱਖਾਂ ਨੂੰ ਖਤਮ ਕਰਨ ਵਾਲੇ ਹੋ। ਅਗਸਤ ਮੁਨੀ ਦੇ ਸਮਾਨ ਹੋ। ਜਿਵੇਂ ਦੈਂਤਾਂ ਨੇ ਰਿਸ਼ੀਆਂ ਨੂੰ, ਪੁਰਾਣਾ ਦੇ ਵਿੱਚ ਕਥਾ ਆਉਂਦੀ ਹੈ ਕਿ ਦੈਂਤਾਂ ਨੇ ਰਿਸ਼ੀਆਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ, ਬੜਾ ਦੁਖੀ ਕਰਨਾ, ਰਿਸ਼ੀ ਮਾਰਨੇ ਸ਼ੁਰੂ ਕਰ ਦਿੱਤੇ, ਜੱਗ ਕਰਨੇ, ਜੱਗਾਂ ਦੇ ਵਿੱਚ ਇਹਨਾਂ ਨੇ ਵਿਘਨ ਪਾਉਣਾ। ਤੇ ਜਦੋਂ ਦੇਵਤਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਮਾਰਨ ਵਾਸਤੇ ਜਾਣਾ, ਇਹਨਾਂ ਨੇ ਸਮੁੰਦਰ ਵਿੱਚ ਛੁਪ ਜਾਣਾ। ਬੜੇ ਦੁਖੀ ਹੋਏ। ਦੁਖੀ ਹੋ ਕੇ ਇਹ ਅਗਸਤ ਮੁਨੀ ਜੋ ਰਿਗਵੇਦ ਦੇ ਕਰਤਾ ਨੇ, ਉਹਨਾਂ ਕੋਲ ਚੱਲ ਕੇ ਆਏ। ਇਹਨਾਂ ਦੀ ਪੁਕਾਰ ਸੁਣ ਕੇ ਅਗਸਤ ਮੁਨੀ ਨੇ ਜਿਹੜਾ ਸਾਰਾ ਸਮੁੰਦਰ ਸੀ ਉਹ ਪੀ ਲਿਆ, ਤੇ ਇਹਨਾਂ ਨੇ ਫਿਰ ਉਹਨਾਂ ਰਾਖਸ਼ਾਂ ਦਾ, ਦੈਂਤਾਂ ਦਾ ਨਾਸ਼ ਕੀਤਾ। ਉਹ ਅਗਸਤ ਮੁਨੀ ਦੇ ਸਮਾਨ ਹੋ। ਤੁਸੀਂ ਦੁੱਖਾਂ ਨੂੰ ਹਰ ਲੈਣ ਵਾਲੇ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ। ਨਮਸਤੰ 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 ਸਰੂਪੰ। ਆਪ ਜੀ ਦੇ ਸੋਹਣੇ ਸਰੂਪ, ਸੁੰਦਰ ਸਰੂਪ ਵਾਲੇ ਹੋ। ਆਪ ਜੀ ਨੂੰ ਬਾਰ-ਬਾਰ ਨਮਸਤੰ ਨਮਸਤੰ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਦੋਹਰਾ ਇਸ ਵਿਦਿ ਉਸਤਤ ਕਰ ਬਹੁਰ ਰਹਿਓ ਚਰਨ ਲਪਟਾਏ। ਇਸ ਤਰ੍ਹਾਂ ਦੇ ਨਾਲ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਸਤਤ ਕੀਤੀ। ਉਸਤਤ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਆਨੰਦ ਨੂੰ ਮਾਣਦੇ। ਪਠੇ ਸੁਨੇ ਇਸ ਕੋ ਜੋ ਨਰ ਸਰਬ ਫਲੰਗ ਸੁਖ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਠਾ ਸੁਨਾ ਇਸ ਕੋ ਜੋ ਨਰ। ਇਹ ਜਿਹੜੀ ਕਥਾ ਹੈ, ਜਿਹੜਾ ਇਹਨੂੰ ਸੁਨੇਗਾ, ਪ੍ਰੇਮ ਸਹਿਤ ਪੜ੍ਹੇਗਾ, ਸਰਬ ਫਲੰਗ ਸੁਖ ਪਾਏ। ਉਹ ਸਰਬ ਫਲ ਸੁਖਾਂ ਦੇ ਸਹਿਤ ਸਰਬ ਫਲਾਂ ਦੀ ਪ੍ਰਾਪਤੀ ਕਰ ਲਵੇਗਾ। ਚੋਪਈ ਧੰਨ ਗੁਰੂ ਤੁਮਰੀ ਗਤ ਨਿਆਰੀ। ਕਹਿਣ ਲੱਗੇ, ਹੈ ਗੁਰੂ ਸਾਹਿਬ ਜੀ, ਆਪ ਜੀ ਧੰਨ ਹੋ, ਤੁਹਾਡੀ ਜਿਹੜੀ ਗਤ ਹੈ ਉਹ ਨਿਆਰੀ ਹੈ, ਉਹ ਜਾਣੀ ਨਹੀਂ ਜਾ ਸਕਦੀ। ਅਚਰਜ ਰੂਪ ਸੁਦੀਨ ਦਿਖਾਰੀ। ਜਿਹੜਾ ਅਚਰਜ ਰੂਪ ਹੈ, ਨਿਜ ਸਰੂਪ ਆਤਮਾ ਜਿਹੜੀ ਹੈ, ਉਹ ਆਪ ਜੀ ਨੇ ਕਿਰਪਾ ਕਰਕੇ ਮੈਨੂੰ ਉਹ ਨਿਜ ਸਰੂਪ ਵਿਖਾਉਣਾ ਕੀਤਾ, ਅਚਰਜ ਰੂਪ ਵਿਖਾਇਆ ਹੈ। ਭਰਮ ਕਪਾਟ ਸੁਕਾਟ ਹਟਾਏ। ਜਿਹੜੇ ਮੇਰੇ ਭਰਮ ਦੇ ਦਰਵਾਜ਼ੇ ਸਨ, ਕਪਾਟ ਸਨ, ਬੰਦ ਪਏ ਸਨ, ਆਪ ਜੀ ਨੇ ਕਿਰਪਾ ਕਰਕੇ ਉਹ ਕੱਟ ਦਿੱਤੇ, ਉਹਨਾਂ ਨੂੰ ਹਟਾ ਦਿੱਤਾ ਹੈ।
ਪਰਮ ਆਨੰਦ ਮਝਾਰ ਮਿਲਾਏ। ਪਰਮ ਆਨੰਦ ਦੇ ਵਿੱਚ ਪਾਤਸ਼ਾਹ ਜੀ, ਪਰਮ ਆਨੰਦ ਦੇ ਨਾਲ ਤੁਸੀਂ ਮੈਨੂੰ ਕਿਰਪਾ ਕਰਕੇ ਮਿਲਾ ਦਿੱਤਾ ਹੈ, ਮੇਰੇ ਭਰਮ ਦੇ ਦਰਵਾਜ਼ੇ ਕੱਟ ਕੇ। ਸੁਨਤ ਗਿਆਨ ਕਨ ਪਰਮ ਕਿਰਪਾਲਾ। ਤੇ ਪਰਮ ਕਿਰਪਾਲੂ ਸਤਿਗੁਰੂ ਪਾਤਸ਼ਾਹ ਗਿਆਨ ਦੇ ਸਾਗਰ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਸੁਨੇ, ਪਰਸੀ ਦੇ ਤੈ ਕਾਲ ਵਿਸਾਲਾ। ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਭਾਈ ਲਹਿਣਾ ਜੀ ਤੇ ਬੜੇ ਪ੍ਰਸੰਨ ਹੋਏ। ਜਦੋਂ ਮਹਾਨ ਉਪਮਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ, ਉਪਮਾ ਭਰੇ ਇਹ ਬਚਨ ਸੁਣ ਕੇ ਭਾਈ ਲਹਿਣਾ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਸਰਬ ਸਿੱਧ ਸ਼ਕਤੀ ਹੈ ਜੇਤੀ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਿੰਨੀਆਂ ਵੀ ਸ਼ਕਤੀਆਂ ਸਨ, ਰਿਧੀਆਂ ਸਿੱਧੀਆਂ ਸਨ, ਖਰੀ ਅਗਾਰੀ ਕਰ ਦੀਏ ਤੇਤੀ। ਉਹ ਸਾਰੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਉਸੇ ਵਕਤ ਭਾਈ ਲਹਿਣਾ ਜੀ ਦੇ ਸਨਮੁਖ ਖੜੀਆਂ ਕਰ ਦਿੱਤੀਆਂ। ਸੁਨ ਪੁਰਖਾ ਤੁਝ ਭਾ ਅਬ ਗਿਆਨਾ। ਕਹਿਣ ਲੱਗੇ, ਐ ਪੁਰਖਾ ਸੁਣ, ਤੂੰ ਗਿਆਨ ਦੀ ਪ੍ਰਾਪਤੀ ਕਰ ਲਈ, ਤੂੰ ਗਿਆਨ ਦੇ ਸਹਿਤ ਹੋ ਗਿਆ ਹੈ। ਦ્વੈਤ ਭਾਉ ਉਰ ਤੇ ਬਿਸਰਾਨਾ। ਦਵੈਸ਼ ਭਾਵਨਾ ਤੂੰ ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰ ਦਿੱਤੀ ਹੈ ਗਿਆਨ ਦੀ ਪ੍ਰਾਪਤੀ ਕਰਕੇ। ਸਰਬ ਜਿ ਸ਼ਕਤੀ ਪ੍ਰਾਪਤ ਹੋਈ। ਇਹ ਜਿਹੜੀਆਂ ਸ਼ਕਤੀਆਂ ਸਾਰੀਆਂ ਤੁਹਾਨੂੰ ਪ੍ਰਾਪਤ ਹੋਈਆਂ ਹਨ, ਚਾਹੋ ਸੋ ਕਰੋ ਬਿਲੰਬ ਨ ਕੋਈ। ਜਿਵੇਂ ਵੀ ਚਾਹੋ ਉਸੇ ਤਰ੍ਹਾਂ ਕਰ ਸਕਦੇ ਹੋ, ਕਰਨ ਵਿੱਚ ਕੋਈ ਦੇਰੀ ਨਹੀਂ ਲੱਗੇਗੀ। ਸਾਰੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਹੁਣ ਤੁਹਾਡੇ ਕੋਲ ਹਨ, ਇਹ ਤੁਸੀਂ ਧਾਰਨ ਕਰ ਲਈਆਂ ਨੇ, ਇਸ ਕਰਕੇ ਜੋ ਵੀ ਚਾਹੋ ਬਿਨਾਂ ਦੇਰੀ ਤੋਂ ਕਰ ਸਕਦੇ ਹੋ। ਤਦਪ ਸੁਨ ਮੋਰੀ ਮਤ ਜੋ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਤਰ੍ਹਾਂ ਦੇ ਨਾਲ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹਾਂ ਉਹ ਧਿਆਨ ਦੇ ਕੇ ਸੁਣਨਾ ਕਰੋ। ਨੀਕੇ ਦ੍ਰਿੜ ਕੀ ਜੇ ਉਰਸੋ। ਉਹਨੂੰ ਚੰਗੀ ਤਰ੍ਹਾਂ ਹਿਰਦੇ ਦੇ ਵਿੱਚ ਧਾਰਨ ਕਰੋ। ਐ ਪੁਰਖਾ, ਜਿਸ ਮਤ ਦੇ ਬਾਅਦ ਜੋ ਤੈਨੂੰ ਅਸੀਂ ਸਮਝਾਉਣਾ ਚਾਹੁੰਦੇ ਆ, ਦੱਸਣ ਲੱਗੇ ਆ, ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਹਿਰਦੇ ਦੇ ਵਿੱਚ ਮਨ ਅੰਦਰ ਚੰਗੀ ਤਰ੍ਹਾਂ ਵਸਾਉਣਾ ਕਰੋ। ਪ੍ਰਬਲ ਬਡੋ ਕਲਿਕਾਲ ਅਗਾਰੀ। ਜਿਹੜਾ ਅੱਗੇ ਕਲਯੁਗ ਦਾ ਬੜਾ ਭਿਆਨਕ ਸਮਾਂ ਹੈ, ਬਹੁਤ ਭਿਆਨਕ ਸਮਾਂ ਅੱਗੇ ਕਲਯੁਗ ਦਾ ਆ ਰਿਹਾ, ਵਰਤਾਰਾ ਬੜਾ ਜਿਹੜਾ ਭਿਆਨਕ ਵਰਤਣਾ ਹੈ। ਉਪਜੈ ਮੰਦ ਮਤੀ ਨਰ ਭਾਰੀ। ਉਹ ਸਮੇਂ ਦੇ ਵਿੱਚ ਬੜੇ ਖੋਟੀ ਮਤ ਵਾਲੇ ਜੀਵ ਪੈਦਾ ਹੋਣਗੇ। ਜਿਹੜਾ ਸਮਾਂ ਕਲਯੁਗ ਦਾ ਹੈ, ਇਹਦੇ ਵਿੱਚ ਬੜਾ ਭਿਆਨਕ ਸਮਾਂ, ਖੋਟੀ ਮਤ ਵਾਲੇ, ਮਾੜੀ ਮਤ ਵਾਲੇ ਇਹਦੇ ਵਿੱਚ ਜਿਹੜੇ ਮਨੁੱਖ ਪੈਦਾ ਹੋਣਗੇ। ਅਹੰ ਬ੍ਰਹਮ ਜੋ ਗਿਆਨ ਮੁਕੰਦਾ। ਅਹੰ ਬ੍ਰਹਮ ਜੋ ਗਿਆਨ ਮੁਕੰਦਾ, ਜੋ ਬ੍ਰਹਮ ਹੈ, ਜੋ ਇਹ ਗਿਆਨ ਮੁਕਤੀ ਦੇਣ ਵਾਲਾ ਹੈ। ਜਿਸ ਤੇ ਪ੍ਰਾਪਤ ਨਿਤ ਆਨੰਦਾ। ਜਿਸ ਗਿਆਨ ਨੂੰ ਪਾ ਕਰਕੇ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੋ ਤੋ ਨੀਕੇ ਹਿਰਦੇ ਮਾਈ। ਉਹ ਤਾਂ ਤੇਰੇ ਹਿਰਦੇ ਦੇ ਵਿੱਚ ਤੂੰ ਚੰਗੀ ਤਰ੍ਹਾਂ ਨਾਲ ਪ੍ਰਾਪਤ ਕਰ ਲਿਆ, ਉਹ ਗਿਆਨ ਹੁਣ ਤੇਰੇ ਹਿਰਦੇ ਵਿੱਚ ਸਮਾ ਗਿਆ ਹੈ। ਮੁਖ ਤੇ ਕੈਨ ਭਲੋ ਅਬ ਨਾਈ। ਹੁਣ ਮੁਖ ਦੇ ਵਿੱਚੋਂ ਉਹਨੂੰ ਵਰਣਨ ਕਹਿਣਾ ਕਰਨਾ ਉਹਨੂੰ ਇਸ ਸਮੇਂ ਠੀਕ ਨਹੀਂ ਹੈ। ਜਿਹੜਾ ਗਿਆਨ ਤੁਸੀਂ ਪ੍ਰਾਪਤ ਕਰ ਲਿਆ ਭਾਈ ਲਹਿਣਾ ਜੀ ਆ ਪੁਰਖਾ, ਉਹ ਤੁਸੀਂ ਜਾਣਦੇ ਹੋ। ਬੋਲਨ ਪਾਓ ਭਗਤ ਕੀ ਰੀਤੀ। ਬੋਲਣ ਦੇ ਵਿੱਚ ਜਿਹੜੀ ਪ੍ਰੇਮਾ ਭਗਤੀ ਦੀ ਰੀਤੀ ਚਾਹੀਦੀ ਹੈ, ਬੋਲਾਂ ਦੇ ਵਿੱਚ ਹਰ ਵੇਲੇ ਪ੍ਰੇਮਾ ਭਗਤੀ ਦੀ ਜਿਹੜੀ ਉਹ ਰੀਤ ਆ ਉਹ ਜੀਵਨ ਅੰਦਰ ਹੋਣੀ ਚਾਹੀਦੀ ਹੈ। ਸਤ ਸੰਗਤ ਕਰਨੋ ਯੁਤ ਪ੍ਰੀਤੀ। ਤੇ ਸਤ ਸੰਗਤ ਕਰਨ ਦੇ ਵਿੱਚ ਪ੍ਰੀਤ ਧਾਰਨ ਕਰਨੀ ਹੈ। ਹਰ ਵੇਲੇ ਸੰਗਤ ਅੱਗੇ ਭਾਈ ਲਹਿਣਾ ਜੀ ਨੂੰ ਸਮਝਾ ਰਹੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿ ਸਤ ਸੰਗਤ ਕਰਨ ਦੇ ਵਿੱਚ ਪ੍ਰੀਤ ਰੱਖਣੀ ਹੈ, ਸਤ ਸੰਗਤ ਵਿੱਚ ਜੁੜ ਕਰਕੇ ਰਹਿਣਾ ਹੈ। ਆਪਨ ਆਪ ਕੋ ਕਬ ਨ ਜਨਾਵਨ। ਕਦੇ ਵੀ ਆਪਣੇ ਆਪ ਨੂੰ ਜਨਾਉਣਾ ਨਹੀਂ। ਇਹ ਸਾਰਾ ਕੁਝ ਪਾ ਕੇ, ਸਾਰੀਆਂ ਸ਼ਕਤੀਆਂ ਪ੍ਰਾਪਤ ਕਰਕੇ, ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਦੇ ਵੀ ਕਿਸੇ ਦੇ ਅੱਗੇ ਆਪਣੇ ਆਪ ਨੂੰ ਜਨਾਉਣਾ ਨਹੀਂ। ਸਤ ਸੰਗਤ ਵਿੱਚ ਪ੍ਰੀਤ ਰੱਖਣੀ ਹੈ, ਸਤ ਸੰਗਤ ਕਰਨੀ ਹੈ ਤੇ ਆਪਣੇ ਆਪ ਨੂੰ ਜਨਾਉਣਾ ਨਹੀਂ। ਅੱਜ ਮਾਸਾ ਕਿਤੇ ਰੰਚਕ ਮਾਤਰ ਕਿਸੇ ਕੋਲ ਕੁਝ ਆ ਜਾਵੇ ਤੇ ਉਹ ਉਛਲ ਕੇ ਪੈਂਦਾ, ਸਮਾਜ ਨੂੰ ਵਿਖਾਉਂਦਾ ਫਿਰਦਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ,
ਪਾਤਸ਼ਾਹ ਕਹਿਣ ਲੱਗੇ ਆਪਣਾ ਆਪ ਜਿਹੜਾ ਉਹ ਨਹੀਂ ਜਨਾਉਣਾ। ਗੁਰ ਸੇਵਨ ਦਿਨ ਰੈਨ ਬਿਤਾਵਨ। ਦਿਨ ਰੈਣ ਦਿਨ ਰਾਤ ਜਿਹੜੀ ਹੈ ਉਹ ਗੁਰੂ ਕੀ ਸੰਗਤ ਦੇ ਵਿੱਚ ਸੇਵਾ ਕਰਨ ਵਿੱਚ ਬਤੀਤ ਕਰਨਾ ਹੈ ਸਮਾਂ। ਜਿਸ ਆਚਾਰ ਕੋ ਨਰ ਸਭ ਦੇਖਾ। ਜਿਸ ਆਚਾਰ ਜਿਸ ਜੀਵਨ ਦੇ ਰਵੱਈਏ ਨੂੰ ਇਹ ਸਾਰੇ ਲੋਕ ਵੇਖਣਗੇ। ਲਗੈ ਕਰਨ ਹੋਏ ਭਲਾ ਵਿਸ਼ੇਖਾ। ਉਹ ਵੀ ਉਸੇ ਤਰ੍ਹਾਂ ਹੀ ਕਰਨ ਲੱਗ ਪੈਣਗੇ। ਜਿਹੜੇ ਲੋਕ ਇਹ ਵੇਖਣਗੇ ਸਾਰਾ ਜਿਹੜਾ ਆਚਾਰ ਹੈ ਜੀਵਨ ਦਾ ਜੋ ਰਵੱਈਆ ਹੈ, ਜਦੋਂ ਉਹ ਜੀਵਨ ਦੇ ਰਵੱਈਏ ਨੂੰ ਵੇਖਣਗੇ ਉਹ ਵੀ ਉਸੇ ਤਰ੍ਹਾਂ ਕਰਨ ਲੱਗ ਜਾਣਗੇ। ਸਭ ਤੇ ਨੀਚੀ ਆਪ ਕੋ ਮਾਨੈ। ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣਨਾ ਹੈ। ਕਦੀ ਵੀ ਆਪਣੇ ਆਪ ਨੂੰ ਉੱਚਾ ਕਰਕੇ ਨਹੀਂ ਜਾਣਨਾ ਕਿ ਮੈਂ ਬਹੁਤ ਵੱਡਾ ਹਾਂ, ਮੈਂ ਬਹੁਤ ਉੱਚਾ ਹਾਂ, ਮੈਂ ਬੜਾ ਗਿਆਨਵਾਨ ਹਾਂ। ਨਹੀਂ, ਸਦਾ ਹੀ ਆਪਣੇ ਆਪ ਨੂੰ ਨੀਵਾਂ ਕਰਕੇ ਜਾਣਨਾ ਹੈ। ਹਿਰਦੇ ਹੰਕਾਰ ਨ ਕਬਉ ਠਾਨੇ। ਹਿਰਦੇ ਵਿੱਚ ਕਦੀ ਵੀ ਹੰਕਾਰ ਨਹੀਂ ਲਿਆਉਣਾ। ਹਰ ਜਿਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਪਾਤਸ਼ਾਹ ਕਹਿਣ ਲੱਗੀ ਕਦੀ ਵੀ ਹਿਰਦੇ ਦੇ ਵਿੱਚ ਹੰਕਾਰ ਨੂੰ ਧਾਰਨ ਨਹੀਂ ਕਰਨਾ, ਨਿਰਹੰਕਾਰ ਹੋ ਕੇ ਰਹਿਣਾ ਹੈ। ਦੋਹਰਾ ਬ੍ਰਹਮ ਗਿਆਨੀ ਹੋਏ ਜੇ ਅਹੰ ਬ੍ਰਹਮ ਕਹਿ ਜੋਏ। ਜਿਹੜਾ ਬ੍ਰਹਮ ਗਿਆਨੀ ਹੋਵੇ, ਜਿਹਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ ਹੋਵੇ, ਗਿਆਨ ਦੇ ਸਾਧ ਹੋਵੇ, ਜਿਹੜਾ ਬ੍ਰਹਮ ਗਿਆਨੀ ਦੀ ਅਵਸਥਾ ਤੇ ਹੋਵੇ। ਸੋ ਤੋ ਸਦਈ ਮੁਕਤ ਹੈ ਤਾਹੇ ਬਿਕਾਰ ਨ ਕੋਏ। ਤੇ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾ ਲਵੇ। ਪਾਤਸ਼ਾਹ ਕਹਿਣ ਲੱਗੇ ਉਹਦੇ ਵਿੱਚ ਕੋਈ ਉਹ ਐਸੀ ਅਤ ਕਥਨੇ ਵਾਲੀ ਗੱਲ ਨਹੀਂ, ਜਾਂ ਉਹਦੇ ਵਿੱਚ ਕੋਈ ਐਸਾ ਕੋਈ ਉਹ ਨਹੀਂ ਕਿ ਉਹਨੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾਇਆ। ਹਾਂ, ਹੋਵੇ ਬ੍ਰਹਮ ਗਿਆਨੀ, ਬ੍ਰਹਮ ਗਿਆਨ ਦੀ ਅਵਸਥਾ ਉਹਨੇ ਪ੍ਰਾਪਤ ਕੀਤੀ ਹੋਵੇ, ਸਦ ਹੀ ਮੁਕਤ ਹੈ ਤਾਹੇ ਉਹ ਸਦਾ ਹੀ ਮੁਕਤ ਹੈ। ਵਿਕਾਰ ਨਾ ਕੋਈ ਉਹਦੇ ਜੀਵਨ ਅੰਦਰ ਕੋਈ ਵਿੱਚ ਵਿਕਾਰ ਨਹੀਂ ਹੁੰਦਾ, ਉਹ ਸਦਾ ਹੀ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਚੋਪਈ ਪਰ ਕਲ ਕੇ ਨਰ ਹੋਏ ਸਿੱਖ ਤਾਈ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਕਲਯੁਗ ਦੇ ਸਮੇਂ ਦੇ ਵਿੱਚ ਲੋਕ ਹੋਣਗੇ ਜਿਨ ਕੇ ਹਿਰਦੇ ਸੁਧ ਭਲ ਨਾਈ। ਜਿਨ੍ਹਾਂ ਦੇ ਹਿਰਦੇ ਸ਼ੁੱਧ ਨਹੀਂ ਹੋਣਗੇ, ਉਹਨਾਂ ਦੇ ਹਿਰਦੇ ਸ਼ੁੱਧ ਨਹੀਂ ਹੋਣਗੇ। ਜਿਹੜੇ ਕਲਯੁਗ ਦੇ ਸਮੇਂ ਵਿੱਚ ਅੱਗੇ ਜੀਵ ਪੈਦਾ ਹੋਣਗੇ, ਮਨੁੱਖ ਹੋਣਗੇ, ਉਹਨਾਂ ਦੇ ਹਿਰਦੇ ਜਿਹੜੇ ਮਲੀਨ ਹੋਣਗੇ, ਸ਼ੁੱਧ ਹਿਰਦੇ ਨਹੀਂ ਹੋਣਗੇ। ਸੁਨ ਕੇ ਕਹਿਣ ਲਗੇ ਪੁਨ ਤੈਸੇ। ਤੇ ਜਿਹੜੇ ਸੁਣ ਕਰਕੇ ਫਿਰ ਉਸੇ ਤਰ੍ਹਾਂ ਕਹਿਣ ਲੱਗ ਪੈਣਗੇ ਗੁਰੂ ਬਦਨ ਤੇ ਭਾਖੇ ਜੈਸੇ। ਜਿਵੇਂ ਗੁਰੂ ਆਪਣੇ ਮੁਖ ਤੋਂ ਕਹੇ ਤੇ ਗੁਰੂ ਦੇ ਮੁਖ ਤੋਂ ਕਹਿਆ ਹੋਇਆ ਸੁਣ ਕੇ ਉਸੇ ਤਰ੍ਹਾਂ ਆਪ ਕਹਿਣ ਲੱਗ ਪੈਣਗੇ। ਤਿਨ ਕੀ ਜੋ ਹੈ ਰੀਤ ਕੁਢਾਲੀ। ਉਹਨਾਂ ਦੀ ਜਿਹੜੀ ਰੀਤੀ ਉਹ ਬੜੀ ਮਾੜੀ ਰੀਤੀ ਵਾਲੇ ਹੋਣਗੇ, ਇਹ ਰੀਤ ਉਹਨਾਂ ਦੀ ਮਾੜੀ ਹੋਵੇਗੀ। ਸੋ ਸੁਨ ਲਿਓ ਕਉ ਬਿਦ ਨਾਲੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚੰਗੀ ਵਿਧੀ ਦੇ ਨਾਲ ਦੱਸਦੇ ਆ ਭਾਈ ਲਹਿਣਾ ਜੀ, ਉਹ ਵੀ ਸੁਰਨਾ ਕਰੋ। ਗਿਆਨ ਸਮਾਨ ਕ੍ਰਿਤ ਕੇ ਜਾਨੋ। ਸਤਿਗੁਰੂ ਪਾਤਸ਼ਾਹ ਜੀ ਉਦਾਹਰਣ ਦੇ ਕੇ ਸਮਝਾਉਣ ਲੱਗੇ ਕਿ ਉਹਨਾਂ ਵਾਸਤੇ ਗਿਆਨ ਜਿਹੜਾ ਗਿਆਨ ਹੈ ਉਹ ਘਿਓ ਦੇ ਸਮਾਨ ਸਮਝੋ। ਜਿਹੜਾ ਦੇਸੀ ਘਿਓ ਹੈ, ਕਹਿੰਦੇ ਦੇਸੀ ਘਿਓ ਦੇ ਸਮਾਨ ਗਿਆਨ ਨੂੰ ਜਾਣੋ। ਉੱਤਮ ਗਰਵ ਵਿਸ਼ੇਸ਼ ਪ੍ਰਮਾਨੋ। ਬੜਾ ਉੱਤਮ ਹੈ, ਚੰਗਾ ਹੈ ਸਰੀਰ ਦੇ ਲਈ। ਦੇਸੀ ਘਿਓ ਮਨੁੱਖ ਖਾਂਦਾ, ਸਰੀਰ ਵਾਸਤੇ ਖਾਂਦਾ ਕਿ ਮੇਰਾ ਸਰੀਰ ਸਵਸਥ ਰਹੇ, ਚੰਗਾ ਸਰੀਰ 'ਚ ਤਾਕਤ ਰਹੇ। ਤੇ ਉੱਤਮ ਜਾਣ ਕੇ ਜਿਹੜਾ ਹੈ ਇਹ ਘਿਓ ਨੂੰ ਲੋਕ ਖਾਂਦੇ ਹਨ, ਵਰਤਦੇ ਹਨ। ਕਪ ਸੁਭਾਵ ਜਿਨ ਕੇਰ ਮਹਾਨਾ। ਹੁਣ ਜਿਨ੍ਹਾਂ ਵਾਤ, ਕਫ ਤੇ ਪਿੱਤ, ਇਹ ਤਿੰਨ ਰੋਗ ਨੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਨ੍ਹਾਂ ਦਾ ਸੁਭਾਵ ਕਫ ਵਾਲਾ ਹੈ, ਕਫ ਦਾ ਰੋਗ ਹੈ ਜਿਨ੍ਹਾਂ ਨੂੰ, ਤੇ ਨਰ ਕ੍ਰਿਤ ਕਰਹੀ ਜੇ ਪਾਨਾ। ਹੁਣ ਘਿਓ ਬੜਾ ਉੱਤਮ ਹੈ, ਬੜਾ ਚੰਗਾ ਸਰੀਰ ਵਾਸਤੇ, ਚੰਗਾ ਕਰਕੇ ਲੋਕ ਖਾਂਦੇ ਨੇ, ਉੱਤਮ ਕਰਕੇ ਖਾਂਦੇ ਨੇ, ਦੀ ਵਰਤੋਂ ਕਰਦੇ ਨੇ। ਪਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਸੁਭਾਵ, ਜਿਨ੍ਹਾਂ ਦੇ ਸਰੀਰ ਅੰਦਰ ਕਫ ਰੋਗ ਜ਼ਿਆਦਾ ਹੈ, ਉਹ ਕਫ ਰੋਗ ਵਾਲੇ ਜੇਕਰ ਇਹ ਘਿਓ ਦੀ ਵਰਤੋਂ ਕਰ ਲੈਣ, ਪਚੇ ਨਹੀਂ ਸੋ ਕਰਤ ਵਿਕਾਰਾ। ਉਹਨਾਂ ਨੂੰ ਘਿਓ ਪਚਦਾ ਨਹੀਂ, ਉਲਟਾ ਉਹਨਾਂ ਦਾ ਨੁਕਸਾਨ ਕਰਦਾ। ਘਿਓ ਖਾਣੇ ਆ ਫਾਇਦੇ ਵਾਸਤੇ, ਲਾਭ ਹੋਵੇ, ਪਰ ਜਿਨ੍ਹਾਂ ਦੇ ਅੰਦਰ ਕਫ ਦਾ ਰੋਗ ਹੈ, ਕਫ ਜ਼ਿਆਦਾ ਹੈ,
ਉਹਨਾਂ ਨੂੰ ਇਹ ਨੁਕਸਾਨ ਕਰਦਾ ਹੈ, ਉਹਨਾਂ ਨੂੰ ਪਚਦਾ ਨਹੀਂ। ਛਾਤੀ ਬੋਝ ਹੋਤ ਦੁਖ ਭਾਰਾ। ਉਹਨਾਂ ਦੀ ਛਾਤੀ ਜਿਹੜੀ ਉਹ ਫਿਰ ਕਫ ਨਾਲ ਭਾਰੀ ਰਹਿੰਦੀ ਹੈ, ਬੋਝ ਬਣਿਆ ਰਹਿੰਦਾ ਹੈ, ਛਾਤੀ ਭਾਰੀ ਭਾਰੀ ਲੱਗਦੀ ਹੈ ਤੇ ਦੁੱਖ ਪੀੜਾ ਮਹਿਸੂਸ ਕਰਦੇ ਹਨ। ਹੋਤ ਰੋਗ ਕੋ ਕਾਰਣ ਸੋਈ। ਉਹ ਫਿਰ ਰੋਗ ਦਾ ਕਾਰਨ ਬਣਦਾ ਹੈ। ਕਿੱਥੇ ਤੇ ਚੰਗਾ ਜਾਣ ਕੇ ਖਾਦਾ ਤੇ ਹੁਣ ਕਫ ਰੋਗ ਵਾਲਾ ਜੇ ਖਾ ਲਵੇ ਤੇ ਪਾਤਸ਼ਾਹ ਜੇ ਕਹੇ ਉਹ ਚੰਗਾ ਜਾਣ ਕੇ ਖਾਵੇ ਤੇ ਉਹਦੇ ਲਈ ਰੋਗ ਦਾ ਕਾਰਨ ਬਣਦਾ ਹੈ। ਤੈਂ ਤੇ ਸੁਖੀ ਸ਼ਰੀਰ ਨਾ ਹੋਈ। ਉਹ ਕਫ ਦੇ ਰੋਗ ਵਾਲੇ ਦਾ ਸਰੀਰ ਇਹਦੇ ਤੋਂ ਸੁਖ ਨਹੀਂ ਪ੍ਰਾਪਤ ਕਰ ਸਕਦਾ, ਉਹਦਾ ਸਰੀਰ ਸੁਖੀ ਨਹੀਂ ਰਹਿ ਸਕਦਾ, ਕਿਉਂ ਉਹਨੂੰ ਦੁੱਖ ਦਿੰਦਾ ਹੈ। ਅਚਿਓ ਹੇਤ ਸੁਖ ਹੋਏ ਵਿਪਰੀਤਾ। ਇਹ ਖਾਦਾ ਤਾਂ ਸੁਖ ਦੇ ਵਾਸਤੇ ਚੰਗੇ ਵਾਸਤੇ ਖਾਦਾ, ਵੀ ਦੇਸੀ ਘਿਓ ਚੰਗਾ ਸਰੀਰ ਲਈ ਖਾ ਲਿਆ, ਹੁਆ ਵਿਪਰੀਤਾ ਪਰ ਹੋ ਗਿਆ ਉਲਟ। ਉਹਨੇ ਸੁਖ ਦੇਣ ਦੀ ਬਜਾਏ ਜਿਹੜਾ ਉਹ ਦੁੱਖ ਤੇ ਪੀੜਾ ਦੇਣਾ ਕੀਤਾ। ਗੁਣ ਤੋਰਿਓ ਸੋ ਔਗੁਣ ਕੀਤਾ। ਉਹ ਗੁਣ ਦੇ ਵਾਸਤੇ ਖਾਦਾ, ਵੀ ਘਿਓ ਖਾਵਾਂਗੇ ਕੋਈ ਗੁਣ ਇਹਦੇ ਚੋਂ ਚੰਗਾ ਗੁਣ ਸਰੀਰ ਨੂੰ ਮਿਲੇਗਾ, ਪਰ ਹੋਇਆ ਕੀ ਕਿ ਉਲਟ ਹੋ ਗਿਆ, ਔਗਣ ਕੀਤਾ, ਔਗਣ ਹੀ ਹੋ ਗਿਆ, ਇਹ ਤਾਂ ਸਰੀਰ ਨੂੰ ਉਲਟਾ ਦੁੱਖ ਹੀ ਦੇਣ ਲੱਗਾ। ਪਿਤੀ ਕੋ ਜਿਨ ਕੇਰ ਸੁਭਾਉ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਨ੍ਹਾਂ ਦਾ ਪਿੱਤ ਵਾਲਾ ਸੁਭਾਅ ਹੈ, ਜਿਨ੍ਹਾਂ ਦੇ ਅੰਦਰ ਪਿੱਤ ਦਾ ਰੋਗ ਜ਼ਿਆਦਾ ਹੈ, ਤੇ ਕ੍ਰਿਤ ਪੀ ਕਰ ਚਾਹੇ ਪਚਾਉ। ਤੇ ਜੇ ਉਹ ਘਿਓ ਨੂੰ ਪੀ ਕੇ ਕਹਿਣ ਕਿ ਅਸੀਂ ਪਚਾ ਲਈਏ, ਤਿਨ ਕੋ ਅਤੀ ਸਾਰ ਦੁਖ ਹੋਈ। ਉਹਨਾਂ ਨੂੰ ਦੁੱਖ ਕਿਹੜਾ ਹੁੰਦਾ ਹੈ? ਉਹਨਾਂ ਨੂੰ ਦਸਤ ਲੱਗ ਜਾਂਦੇ ਨੇ। ਅਤੀਸਾਰ ਤੋਂ ਭਾਵ ਦਸਤ ਲੱਗ ਜਾਣਾ। ਜਿਨ੍ਹਾਂ ਦੇ ਅੰਦਰ ਪਿੱਤ ਦਾ ਰੋਗ ਹੈ, ਪਿੱਤ ਦਾ ਰੋਗੀ ਜਿਹੜਾ ਰੋਗ ਵਾਲਾ ਮਨੁੱਖ ਘਿਓ ਪੀ ਲਵੇ ਤੇ ਕਹੇ ਕਿ ਮੈਂ ਪਚਾ ਲਵਾਂ, ਨਹੀਂ ਪਚਾ ਸਕਦਾ, ਉਹਨੂੰ ਦਸਤ ਲੱਗ ਜਾਂਦੇ ਹਨ, ਦਸਤ ਦਾ ਰੋਗ ਲੱਗ ਜਾਂਦਾ ਹੈ। ਮਿਟਤ ਨ ਕਰੇ ਉਪਾਏ ਜੇ ਕੋਈ। ਭਾਵੇਂ ਕਿੰਨੇ ਮਰਜ਼ੀ ਉਪਾਅ ਕਰ ਲਵੇ ਫਿਰ ਉਹ ਮਿਟਦਾ ਨਹੀਂ। ਦੇਸੀ ਘਿਓ ਪੀ ਲਿਆ, ਦਸਤ ਲੱਗ ਗਏ, ਬੜੇ ਯਤਨ ਕਰਦਾ, ਫਿਰ ਉਹ ਜਿਹੜਾ ਇਹ ਦਸਤ ਦਾ ਰੋਗ ਮਿਟਦਾ ਨਹੀਂ। ਆਏ ਵਿਚਛਨ ਮਾਨਵ ਜੇਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅਹਿ ਵਿਚਛਨ ਮਾਨਵ ਜੇਈ, ਜਿਹੜੇ ਲੋਕ ਇਹਨੂੰ ਵਰਤੋਂ ਕਰਦੇ ਹਨ, ਇਹ ਜਿਹੜੇ ਐਸੇ ਸੁਭਾਅ ਵਾਲੇ ਜਿਨ੍ਹਾਂ ਦੇ ਅੰਦਰ ਇਹ ਪਿੱਤ ਦਾ ਰੋਗ ਹੈ, ਠੱਠੇ ਅਮੇਜ ਤਾਏ ਕੋ ਸੋਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਕੋਈ ਮਿਲਵੀਂ ਚੀਜ਼ ਜਿਹੜੀ ਹੈ ਉਹਦੇ ਵਿੱਚ ਰਲਾ ਕੇ ਜੇਕਰ ਦਈਏ ਘਿਓ ਵਿੱਚ, ਜਿਨ੍ਹਾਂ ਦੇ ਅੰਦਰ ਪਿੱਤ ਦਾ ਰੋਗ ਜ਼ਿਆਦਾ ਹੈ, ਤਾਂ ਉਹਨਾਂ ਨੂੰ ਜੇਕਰ ਘਿਓ ਦੇ ਵਿੱਚ ਕੁਝ ਮਿਲਾ ਕਰਕੇ ਦੇਣਾ ਕਰੀਏ। ਮਿਸਰੀ ਕੀ ਕਰ ਸੰਗ ਮਿਲੋਨੀ। ਹੁਣ ਮਿਲਾਇਆ ਕੀ ਜਾਵੇ? ਪਿੱਤ ਦੇ ਰੋਗ ਵਾਲੇ ਨੂੰ ਘਿਓ ਵਿੱਚ ਮਿਸ਼ਰੀ ਮਿਲਾ ਕੇ ਦਿਓ, ਫਿਰ ਉਹਦੇ ਲਈ ਗੁਣਕਾਰੀ ਹੈ, ਲਾਭਦਾਇਕ ਹੈ, ਚੰਗਾ ਹੈ, ਪਚ ਜਾਏਗਾ। ਪਾਤਸ਼ਾਹ ਕਹਿੰਦੇ ਮਿਸ਼ਰੀ ਦਾ ਤੇ ਘਿਓ ਦਾ ਜਿਹੜਾ ਮੇਲ ਕਰ ਦਿਓ, ਮਿਸ਼ਰੀ ਮਿਲਾ ਦਿਓ ਉਹਦੇ ਵਿੱਚ। ਖਾਏ ਸਾਧ ਸੋ ਪੁਨ ਗੁਣ ਲੋਨੀ। ਤੇ ਜਿਹੜੇ ਫਿਰ ਉਹ ਇਸ ਤਰ੍ਹਾਂ ਮਿਸ਼ਰੀ ਮਿਲਾ ਕੇ ਘਿਓ ਖਾਣਗੇ ਪਿੱਤ ਦੇ ਰੋਗ ਵਾਲੇ, ਉਹਨਾਂ ਦੇ ਲਈ ਫਿਰ ਲਾਭਦਾਇਕ ਹੋਵੇਗਾ, ਗੁਣ ਵਾਲਾ ਹੋਵੇਗਾ, ਉਹਦੇ ਲਈ ਸੋਹਣਾ ਬਣ ਜਾਏਗਾ, ਚੰਗਾ ਬਣ ਜਾਏਗਾ। ਤੈਸੇ ਸੁਨੋ ਗਿਆਨ ਕੀ ਚਾਲੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲੈਣਾ ਜੀ, ਐਸੇ ਹੀ ਫਿਰ ਗਿਆਨ ਦੀ ਚਾਲੀ ਹੈ, ਗਿਆਨ ਦੇ ਬਾਬਤ ਵੀ ਇਸੇ ਤਰ੍ਹਾਂ ਆਪ ਜੀ ਸੁਣਨਾ ਕਰੋ। ਪਾਏ ਰੀਤ ਜਿਸ ਹੋਤ ਕੁਢਾਲੀ। ਤੇ ਜਿਹੜੇ ਇਹ ਗਿਆਨ ਨੂੰ ਪਾ ਕਰਕੇ ਮਾੜੀ ਰੀਤੀ ਧਾਰਨ ਕਰਨਗੇ, ਮਾੜੀਆਂ ਕੁਚਾਲਾਂ ਚੱਲਣਗੇ, ਜਿਨ ਕੋ ਕਫ ਹੰਕਾਰ ਕਨੇਰਾ। ਜਿਨ੍ਹਾਂ ਨੂੰ ਹੰਕਾਰ ਰੂਪੇ ਕਫ ਲੱਗਾ ਹੋਇਆ, ਜਿਨ੍ਹਾਂ ਦੇ ਅੰਦਰ ਹੰਕਾਰ ਰੂਪੇ ਕਫ ਦਾ ਵੱਡਾ ਰੋਗ ਚੰਬੜਿਆ। ਪਾਤਸ਼ਾਹ ਕਹਿਣ ਲੱਗੇ ਕਿ ਹੁਣ ਉਹ ਲੋਕ ਜਿਨ੍ਹਾਂ ਨੇ ਗਿਆਨ ਤਾਂ ਪ੍ਰਾਪਤ ਕਰ ਲਿਆ, ਪਰ ਅੰਦਰ ਹੰਕਾਰ ਦਾ ਕਫ ਰੂਪੀ ਰੋਗ ਹੈ, ਉਹ ਰੋਗ ਤਾਂ ਦੂਰ ਕੀਤਾ ਨਹੀਂ, ਹੁਣ ਉਹਨਾਂ ਵਾਸਤੇ ਜਿਹੜਾ ਨੁਕਸਾਨਦਾਇਕ ਬਣਨਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਹੰਕਾਰ ਰੂਪੀ ਕਫ ਦਾ ਵੱਡਾ ਰੋਗ ਹੈ, ਸੁਨਤ ਗਿਆਨ ਤਿਨ ਵਦੇ ਵਧੇਰਾ। ਉਹ ਜੋ ਗਿਆਨ ਉਹਨਾਂ ਦੇ ਅੰਦਰ ਆਉਂਦਾ ਹੈ, ਗਿਆਨ ਵੱਧਦਾ ਹੈ, ਤਿਉ ਕਫ ਦਾ ਰੋਗ ਜਿਹੜਾ ਹੰਕਾਰ ਦਾ ਵੀ ਨਾਲ ਵੱਧਦਾ। ਉਹ ਕਹਿੰਦਾ ਮੇਰੇ ਵਰਗਾ ਕੋਈ ਗਿਆਨੀ ਹੈ, ਕੁਝ ਥੋੜਾ ਬਹੁਤਾ ਜਾਣ ਲਿਆ, ਕੁਝ ਪ੍ਰਾਪਤ ਹੋ ਗਿਆ, ਤੇ ਉਹ ਕਹਿੰਦਾ ਮੇਰੇ ਵਰਗਾ ਹੁਣ ਕੋਈ ਹੈ ਹੀ ਨਹੀਂ।
ਉਹ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ। ਕਹਿਣ ਲੱਗੇ ਉਹਦੇ ਅੰਦਰ ਫਿਰ ਜਿਹੜਾ ਹੰਕਾਰ ਦਾ ਰੋਗ ਹੈ ਉਹ ਵਧੇ ਵਧੇਰਾ ਹੋਰ ਵੱਧਦਾ ਜਾਂਦਾ ਹੈ। ਸਭ ਤੇ ਊਚੇ ਆਪ ਕੋ ਜਾਣੇ, ਆਪਣੇ ਆਪ ਨੂੰ ਸਾਰਿਆਂ ਤੋਂ ਫਿਰ ਉਹ ਉੱਚਾ ਜਾਣਨ ਲੱਗ ਜਾਂਦੇ ਨੇ। ਐਸੀ ਮਾੜੀ ਰੀਤੀ ਵਰਤਦੇ ਨੇ, ਫਿਰ ਐਸੀਆਂ ਚਾਲਾਂ ਚੱਲਦੇ ਨੇ। ਗਿਆਨ ਦੇ ਨਾਲ ਉਹਨਾਂ ਦਾ ਹੰਕਾਰ ਜਦੋਂ ਵੱਧਦਾ, ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਜਾਣਦੇ ਹਨ ਅਨੇਕ ਪਖੰਡਨ ਕੀ ਬਿਦ ਠਾਨੇ, ਤੇ ਫਿਰ ਬੜੇ ਪਖੰਡ ਕਰਦੇ ਨੇ। ਆ ਬੜੇ ਪਖੰਡੀ ਤੁਰੇ ਫਿਰਦੇ ਨੇ ਨਾ ਦੁਨੀਆ ਦੇ ਉੱਤੇ, ਆਪਾਂ ਵੇਖ ਰਹੇ ਆ। ਬੜੇ ਡੇਰੇ ਖੁੱਲ ਗਏ, ਬੜੇ ਪਖੰਡੀਆਂ ਨੇ ਦੁਕਾਨਾਂ ਖੋਲ ਲਈਆਂ। ਉਹ ਬੜਾ ਪਖੰਡ ਕਰ ਕਰਕੇ ਫਿਰ ਲੋਕਾਂ ਨੂੰ ਵਿਖਾਉਂਦੇ ਹਨ। ਭਗਤ ਭਾਉ ਤਜ ਨਿਵੇ ਨਾ ਤਾਉ, ਉਹ ਭਗਤੀ ਭਾਉ ਦੇ ਵਿੱਚ ਰਹਿ ਕੇ ਕਦੇ ਵੀ ਨਿਵਦੇ ਨਹੀਂ। ਉਹਨਾਂ ਅੰਦਰ ਭਗਤੀ ਭਾਵ, ਜਿਹੜਾ ਪ੍ਰੇਮ ਹੈ ਭਗਤੀ ਦਾ, ਉਹ ਪੈਦਾ ਹੀ ਨਹੀਂ ਹੁੰਦਾ। ਉਹ ਕਫ ਦਾ ਰੋਗ ਵੱਧ ਜਾਂਦਾ ਹੈ। ਹੰਕਾਰੀ ਹੋ ਕੇ ਆਪਣੇ ਆਪ ਨੂੰ ਉੱਚਾ ਸਮਝਦੇ ਨੇ। ਉਹ ਫਿਰ ਕਦੀ ਵੀ ਜਿੰਨਾ ਮਰਜ਼ੀ ਯਤਨ ਕਰ ਲਵੋ ਝੁਕਦੇ ਨਹੀਂ, ਕਦੀ ਵੀ ਆਪਣੇ ਆਪ ਨੂੰ ਨੀਵਾ ਨਹੀਂ ਪਾਉਂਦੇ, ਨੀਵਾ ਕਰਕੇ ਕਿਸੇ ਅੱਗੇ ਨਹੀਂ ਜਾਣਦੇ। ਛਾਤੀ ਰੋਗ ਬੋਝ ਹੋਏ ਤਾਹੂ, ਉਹਨਾਂ ਨੂੰ ਫਿਰ ਉਹ ਕਫ ਦੇ ਰੋਗੀ ਵਾਲਾ ਰੋਗ ਲੱਗ ਜਾਂਦਾ। ਉਹਨਾਂ ਦੀ ਵੀ ਫਿਰ ਛਾਤੀ ਜਿਹੜੀ ਹੈ ਨਾ, ਉਹ ਇਹ ਰੋਗ ਨਾਲ ਭਰ ਜਾਂਦੀ ਹੈ ਤੇ ਭਾਰੀ ਰਹਿੰਦੀ ਹੈ। ਫਿਰ ਇਹਦਾ ਉਹ ਦੁੱਖ ਸਹਿੰਦੇ ਹਨ। ਜਨਮ ਮਰਨ ਕੀ ਪੀਰਾ ਪਾਈ, ਜਨਮ ਮਰਨ ਦੀ ਵੱਡੀ ਪੀੜਾ ਸਹਿਣ ਕਰਨੀ ਪੈਂਦੀ ਹੈ ਉਹਨਾਂ ਨੂੰ। ਜਿਹੜੇ ਹੰਕਾਰ ਵਸ ਹੋ ਕੇ ਆਪਣੇ ਆਪ ਨੂੰ ਸਭ ਤੋਂ ਉੱਚਾ ਗਿਣਦੇ ਨੇ, ਮੇਰੇ ਵਰਗਾ ਕੋਈ ਨਹੀਂ, ਦੂਜਿਆਂ ਨੂੰ ਨੀਵੇਂ ਕਰਕੇ ਜਾਣਨਾ, ਆਪਣੇ ਆਪ ਨੂੰ ਉੱਚਾ ਕਰਕੇ ਜਾਣਨਾ, ਕਦੀ ਨਿਮਰਤਾ ਭਾਵ ਅੰਦਰ ਨਿਮਰਤਾ ਲਿਆਂਦੀ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ ਉਹ ਜਨਮ ਮਰਨ ਦੀ ਵੱਡੀ ਪੀੜਾ ਸਹਿਣ ਕਰਦੇ ਨੇ, ਜਨਮ ਮਰਨ ਦੇ ਚੱਕਰ ਦੇ ਵਿੱਚ ਪਏ ਰਹਿੰਦੇ ਹਨ। ਸੁਖ ਤੋਰਿਓ ਪਇਓ ਦੁਖਦਾਈ, ਉਹ ਹੁਣ ਗਿਆਨ ਪਾ ਕੇ ਤਾਂ ਸੁਖ ਮਿਲਣਾ ਸੀ, ਪਰ ਹੋ ਗਿਆ ਉਲਟ। ਹੁਣ ਉਹਨਾਂ ਨੇ ਸੁਖ ਦੀ ਥਾਂ ਤੇ ਜਿਹੜਾ ਦੁਖਦਾਈ, ਉਹਨਾਂ ਲਈ ਉਹ ਗਿਆਨ ਦੁਖਦਾਈ ਬਣ ਗਿਆ। ਉਹਨਾਂ ਨੂੰ ਦੁੱਖ ਸਹਿਣਾ ਪਿਆ, ਸੁਖ ਤੋਂ ਰਹਿਤ ਹੋ ਗਏ। ਪਿਤੀ ਵਿਸ਼ੇ ਬਾਸ਼ ਨਾ ਜਾਈ, ਹੁਣ ਪਿੱਤ ਦਾ ਰੋਗ ਹੈ ਜਿਨ੍ਹਾਂ ਦੇ ਅੰਦਰ। ਪਹਿਲਾਂ ਹੰਕਾਰ ਰੂਪੀ ਕਫ ਦੇ ਰੋਗ ਦੀ ਗੱਲ ਕੀਤੀ ਹੈ ਵੀ ਉਹਨਾਂ ਵਾਸਤੇ ਗਿਆਨ ਕਿਸ ਤਰ੍ਹਾਂ ਹੈ, ਉਹ ਕਿਵੇਂ ਲਾਭਦਾਇਕ ਹੈ ਤੇ ਕਿਵੇਂ ਹਾਨੀਕਾਰਕ ਹੈ। ਹੁਣ ਅੱਗੇ ਜਿਹੜੇ ਪਾਤਸ਼ਾਹ ਕਹਿਣ ਲੱਗੇ ਪਿੱਤ ਦਾ ਰੋਗ, ਜਿਹੜੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਅੰਦਰ ਵਿਸ਼ੇ ਵਿਕਾਰ ਨੇ, ਉਹਨਾਂ ਨੂੰ ਜਿਹੜਾ ਇਹ ਵਿਸ਼ੇ ਵਿਕਾਰਾਂ ਰੂਪੀ ਪਿੱਤ ਦਾ ਰੋਗ ਲੱਗਾ ਹੈ। ਤੇ ਸੁਨ ਕੇ ਨਿਸ਼ੰਕ ਹੋਏ ਜਾਈ, ਉਹ ਸੁਣ ਕਰਕੇ ਨਿਸ਼ੰਕ ਹੋਏ ਜਾਹੀ। ਉਹ ਇਹ ਜਦੋਂ ਗਿਆਨ ਸੁਣਦੇ ਹਨ ਨਿਸ਼ੰਕ ਹੋ ਜਾਂਦੇ ਹਨ। बीच विषे के फस के सोई, ਨਿਸ਼ੰਕ ਹੋ ਕੇ ਫਿਰ ਵਿਸ਼ੇ ਵਿਕਾਰ ਭੋਗਦੇ ਨੇ। ਜਿਨ੍ਹਾਂ ਦੇ ਅੰਦਰ ਇਹ ਵਿਕਾਰਾਂ ਦਾ ਪਿੱਤੀ ਰੋਗ ਹੈ, ਫਿਰ ਉਹ ਇਹ ਨਿਸ਼ੰਕ ਹੋ ਕਰਕੇ ਵਿਸ਼ੇ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਹਨ। ओरक नरक गमन तिन होई, ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ, ਨਰਕਾਂ ਵੱਲ ਤੋਰੇ ਜਾਂਦੇ ਨੇ। ਉਹ विषयन बिके परिवर्तन जोई, ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਪਏ ਹੋਏ ਵਿਸ਼ੇ ਵਿਕਾਰ ਜੋ ਵਰਤਦੇ ਹਨ, अतिसार ए खरो दुख होई, ਤੇ ਮਾਨੋ ਇਹ ਉਹਨਾਂ ਲਈ ਅਤਿਸਾਰ ਦਸਤ ਲੱਗਣ ਦੇ ਸਮਾਨ ਵੱਡਾ ਦੁੱਖ ਹੈ ਜਿਹੜਾ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ। ਇਹ ਉਹਨਾਂ ਨੂੰ ਅਤਿਸਾਰ ਇਹ ਵੱਡਾ ਦੁੱਖ ਹੈ ਜਿਨ੍ਹਾਂ ਦੇ ਅੰਦਰ ਇਹ ਪਿੱਤ ਵਿਸ਼ੇ ਵਿਕਾਰਾਂ ਵਾਲਾ ਰੋਗ ਹੈ। ताते मिसरी भगत संजूती, ਹੁਣ ਉਹਨਾਂ ਦੇ ਅੰਦਰ ਜਿਹੜਾ ਗਿਆਨ ਲਾਭਦਾਇਕ ਕਿਵੇਂ ਬਣ ਸਕਦਾ ਹੈ? ਪਾਤਸ਼ਾਹ ਕਹਿੰਦੇ ਭਗਤੀ ਰੂਪ ਮਿਸ਼ਰੀ ਉਹਦੇ ਵਿੱਚ ਮਿਲਾ ਦਿਓ। ਗਿਆਨ ਰੂਪੀ ਘਿਓ ਦੇ ਵਿੱਚ ਭਗਤੀ ਰੂਪ ਮਿਸ਼ਰੀ ਮਿਲਾ ਕਰਕੇ ਜੇਕਰ ਉਹਨੂੰ ਦਿੱਤੀ ਜਾਵੇ, लखे ज्ञान तिन की मत पूती, ਤੇ ਫਿਰ ਉਹ ਗਿਆਨ ਨੂੰ ਜਾਣ ਕਰਕੇ ਉਹਨਾਂ ਦੀ ਮਤ ਜਿਹੜੀ ਆ ਬੁੱਧੀ ਪਵਿੱਤਰ ਹੋ ਜਾਂਦੀ ਹੈ। ਜਦੋਂ ਭਗਤੀ ਰੂਪ ਮਿਸ਼ਰੀ ਮਿਲਾ ਕੇ ਉਹਦੇ ਵਿੱਚ ਦਿੱਤੀ ਜਾਂਦੀ ਹੈ ਉਹਨੂੰ, ਫਿਰ ਉਹਨਾਂ ਦੀ ਜਿਹੜੀ ਮਤ ਹੈ, ਬੁੱਧ ਹੈ, ਉਹ ਪਵਿੱਤਰ ਹੋ ਜਾਂਦੀ ਹੈ, ਪਵਿੱਤਰ ਬੁੱਧੀ ਵਾਲੇ ਹੋ ਜਾਂਦੇ ਹਨ। निश्चार दे ज्ञान को तरही, ਤੇ ਫਿਰ ਉਹ ਗਿਆਨ ਦੇ ਤਾਈ ਨਿਸ਼ਚਾ ਧਾਰਨ ਕਰ ਲੈਂਦੇ ਨੇ, ਹਿਰਦੇ ਦੇ ਵਿੱਚ ਉਹਨਾਂ ਦੇ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ। पाओ भगत बाहर शुभ करही, ਤੇ ਫਿਰ ਭਾਉ ਭਗਤੀ ਦੇ ਵਿੱਚ ਰਹਿੰਦੇ ਨੇ, ਸ਼ੁਭ ਕਰਮ ਕਰਦੇ ਹਨ। तिनको दुख न लागे कोई, ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ।
ਜਿਹੜੇ ਭਗਤੀ ਰੂਪ ਮਿਸ਼ਰੀ ਮਿਲਾ ਲੈਂਦੇ ਨੇ ਫਿਰ ਭਗਤੀ ਰੂਪ ਮਿਸ਼ਰੀ ਮਿਲਾ ਕੇ ਗਿਆਨ ਦੀ ਪ੍ਰਾਪਤੀ ਕਰਦੇ ਨੇ। ਪਾਤਸ਼ਾਹ ਕਹਿੰਦੇ ਉਹਨਾਂ ਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ। ਸੁਖ ਪਾ ਪਹੁੰਚ ਪਰਮ ਪਦ ਹੋਈ। ਉਹਨਾਂ ਨੂੰ ਫਿਰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਸੁਖ ਦੇ ਸਹਿਤ ਹੋ ਜਾਂਦੇ ਨੇ ਤੇ ਪੂਰਨ ਪਦਵੇ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ, ਪੂਰਨ ਪਦ ਤੇ ਪਹੁੰਚ ਜਾਂਦੇ ਹਨ। ਇਹ ਸਿਧਾਂਤ ਸਬਨ ਤੇ ਨੀਕਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਿਧਾਂਤ ਸਾਰਿਆਂ ਦੇ ਵਿੱਚੋਂ ਚੰਗਾ ਹੈ। ਹੋਏ ਉਦਾਰ ਜਗ ਤੇ ਜਿਉ ਜੀ ਕਾ। ਇਹਦੇ ਨਾਲ ਜੀਵਾਂ ਦਾ ਜਗਤ ਵਿੱਚ ਉਧਾਰ ਹੁੰਦਾ ਹੈ। ਕਲ ਮੈਂ ਔਰ ਉਪਾਏ ਨਾ ਕੋਈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਲਯੁਗ ਦੇ ਸਮੇਂ ਦੇ ਵਿੱਚ ਹੋਰ ਕੋਈ ਉਪਾਅ ਕੰਮ ਆਉਣ ਵਾਲਾ ਨਹੀਂ। ਇਹ ਕਲਯੁਗ ਦਾ ਜਿਹੜਾ ਸਮਾਂ ਹੈ, ਚੰਜੇ ਜਿਹੜੇ ਕੁਚਾਲੀ ਚਾਲ ਚੱਲਣ ਵਾਲੇ, ਭੈੜੇ ਰਸਤੇ ਚੱਲਣ ਵਾਲੇ ਨੇ, ਉਹਨਾਂ ਲਈ ਜਿਹੜੇ ਕਫ ਪਿੱਤ ਦੇ ਰੋਗ ਜਿਹੜੇ ਚੰਬੜੇ ਹੋਏ ਨੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਜੇਕਰ ਮਿਸ਼ਰੀ ਮਿਲਾ ਕਰਕੇ ਦਿੱਤਾ ਜਾਵੇ ਤਾਂ ਇਹ ਉਹਨਾਂ ਦੇ ਨਾਲ ਸੁੱਖ ਮਿਲ ਜਾਂਦਾ ਹੈ, ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਮੁਕਤੀ ਪ੍ਰਾਪਤ ਕਰ ਲੈਂਦੇ ਨੇ, ਦੁੱਖ ਨਹੀਂ ਪਾਉਣਾ ਪੈਂਦਾ, ਜਨਮ ਮਰਨ ਦੀ ਪੀੜਾ ਨਹੀਂ ਸਹਿਣੀ ਪੈਂਦੀ, ਨਰਕਾਂ ਵਿੱਚ ਨਹੀਂ ਪੈਂਦੇ। ਪਾਤਸ਼ਾਹ ਕਹਿੰਦੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਹੋਰ ਕੋਈ ਉਪਾਅ ਜਿਹੜਾ ਉਹ ਕਿਸੇ ਕੰਮ ਨਹੀਂ ਆ ਸਕਦਾ। ਸਾਰਿਆਂ ਤੋਂ ਵਧੀਆ ਉਪਾਅ ਇਹ ਹੈ ਭਗਤ ਗਿਆਨ ਤੇ ਕੇਵਲ ਹੋਈ। ਕਿਉਂਕਿ ਭਗਤੀ ਗਿਆਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੋਣੀ ਹੈ। ਭਗਤੀ ਰੂਪ ਮਾਰਗ ਤੇ ਚੱਲ ਕੇ ਗਿਆਨ ਦੀ ਪ੍ਰਾਪਤੀ ਕਰਕੇ ਫਿਰ ਜੀਵ ਨੂੰ ਮੁਕਤੀ ਮਿਲਣੀ ਹੈ। ਤਿਨ ਕੀ ਪ੍ਰਾਪਤ ਜੇ ਨਰ ਚਾਹੀ। ਜੇਕਰ ਕੋਈ ਮਨੁੱਖ ਇਹਨਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਸੋ ਸਤ ਸੰਗ ਖੋਜ ਜਗ ਲਿਆਹੀ। ਉਹਨੂੰ ਕਿੱਥੋਂ ਪ੍ਰਾਪਤ ਹੋ ਸਕਦਾ ਹੈ? ਇਹ ਸਤ ਸੰਗਤ ਦੇ ਵਿੱਚੋਂ ਪ੍ਰਾਪਤੀ ਹੋਣੀ ਹੈ। ਜੇ ਕੋਈ ਭਗਤੀ ਰੂਪ ਮਾਰਗ ਤੇ ਚੱਲਣਾ ਚਾਹੁੰਦਾ ਹੈ, ਭਗਤੀ ਰੂਪ ਮਾਰਗ ਤੇ ਚੱਲ ਕੇ ਗਿਆਨ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੋਣਾ ਹੈ। ਸਤਿਗੁਰੂ ਪਾਤਸ਼ਾਹ ਜੀ ਤਾਂ ਹੀ ਤੇ ਕਹਿਣਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਕਹਿੰਦੇ ਸਾਰਿਆਂ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਸਤ ਸੰਗਤ ਵਿੱਚ ਚੱਲ ਕੇ ਆਉਂਦੇ ਨੇ, ਤੇ ਜਿਹੜੇ ਸਤ ਸੰਗਤ ਵਿੱਚ ਚੱਲ ਕੇ ਨਹੀਂ ਆਉਂਦੇ ਪਾਤਸ਼ਾਹ ਕਹਿੰਦੇ ਤ੍ਰਿਗ ਜੀਵ ਹੈ ਤ੍ਰਿਗ ਜੀਵਾਸ। ਕਹਿੰਦੇ ਉਹਨਾਂ ਦਾ ਜੀਵਨ ਤਰਕਾਰ ਹੈ, ਜਿਹੜਾ ਜੀ ਚੁੱਕੇ ਨੇ ਉਹ ਵੀ ਤਰਕਾਰ ਹੈ। ਅੱਗੇ ਆਉਣ ਵਾਲਾ ਜਿਹੜਾ ਫਿਊਚਰ ਆਉਣ ਵਾਲਾ ਸਮਾਂ ਉਹ ਜੀਵਨ ਵੀ ਤਰਕਾਰ ਹੈ ਜੇ ਸਤ ਸੰਗਤ ਵਿੱਚ ਚੱਲ ਕੇ ਨਹੀਂ ਆਉਂਦੇ। ਪਾਤਸ਼ਾਹ ਕਹਿਣ ਲੱਗੇ ਸਤ ਸੰਗਤ ਦੇ ਵਿੱਚੋਂ ਇਹ ਪ੍ਰਾਪਤੀ ਹੋਣੀ ਹੈ। ਕਰੇ ਪਾਉ ਸੇਵਾ ਤੈ ਠਾਨੇ। ਪ੍ਰੇਮ ਦੇ ਨਾਲ ਸਤ ਸੰਗਤ ਵਿੱਚ ਜੁੜ ਕਰਕੇ ਸਤ ਸੰਗਤ ਦੀ ਸੇਵਾ ਕਰੇ। ਬਚਨ ਸੁਨੇ ਤਿਨ ਦੇ ਮਨ ਕਾਨੇ। ਸਤ ਸੰਗਤ ਵਿੱਚ ਬੈਠ ਕਰਕੇ ਕੰਨ ਦੇ ਕੇ ਬਚਨ ਸੁਨੇ। ਜੋ ਕਥਾ ਵਿਚਾਰ ਚੱਲ ਰਹੀ ਹੈ, ਕੀਰਤਨ ਹੋ ਰਿਹਾ ਹੈ, ਜੋ ਸਤ ਸੰਗਤ ਦੇ ਵਿੱਚ ਪ੍ਰਵਾਹ ਚੱਲ ਰਿਹਾ ਹੈ, ਉਹਨੂੰ ਕੰਨ ਦੇ ਕੇ ਭਾਵ ਧਿਆਨ ਦੇ ਕੇ ਸੁਣਨਾ ਕਰੇ। ਕਾਮ ਕ੍ਰੋਧ ਲੋਭ ਆਦਿਕ ਬਨ ਕੋ। ਜਿਹੜੇ ਕਾਮ ਕ੍ਰੋਧ ਲੋਭ ਆਦਿਕ ਜਿਹੜਾ ਇਹ ਜੰਗਲ ਹੈ ਸਤ ਸੰਗ ਕੁਠਾਰ ਕਦਨ ਕੋ। ਜਿਵੇਂ ਜੰਗਲ ਦੇ ਵਿੱਚ ਜਾਈਏ ਤੇ ਲੱਕੜਾਂ ਕੱਟਣ ਵਾਸਤੇ ਕੁਹਾੜਾ ਚਾਹੀਦਾ, ਕੁਹਾੜੇ ਦੀ ਲੋੜ ਪੈਂਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਕਾਮ ਕ੍ਰੋਧ ਲੋਭ ਆਦਿਕ ਜਿਹੜੇ ਹਨ ਇਹ ਵਿਕਾਰ, ਇਹ ਜੰਗਲ ਨੂੰ ਕੱਟਣ ਵਾਸਤੇ ਮਾਨੋ ਸਤ ਸੰਗਤ ਇੱਕ ਕੁਹਾੜੇ ਦੀ ਨਿਆਈ ਹੈ। ਸਤ ਸੰਗਤ ਕੁਹਾੜੇ ਦਾ ਕੰਮ ਕਰਦੀ ਹੈ। ਸਤ ਸੰਗਤ ਵਿੱਚ ਜੁੜ ਕਰਕੇ ਸਤ ਸੰਗਤ ਰੂਪੀ ਕੁਹਾੜੇ ਨਾਲ ਇਹ ਜੰਗਲ ਕੱਟਿਆ ਜਾ ਸਕਦਾ ਹੈ। ਤਮ ਅਗਿਆਨੇ ਭਾਨ ਸਮਾਨਾ। ਜਿਹੜਾ ਅਗਿਆਨਤਾ ਦਾ ਹਨੇਰਾ ਹੈ ਮਾਨੋ ਉਹ ਸੂਰਜ ਦੇ ਸਮਾਨ ਹੈ। ਵਿਸ਼ੇ ਤਪਤ ਕੋ ਛਾਏ ਮਾਨਾ। ਵਿਸ਼ੇ ਵਿਕਾਰਾਂ ਦੇ ਤਪਤ ਦੇ ਉੱਪਰ ਮਾਨੋ ਛਾਂ ਦੇ ਸਮਾਨ ਹੈ। ਪੁਨ ਸਤ ਸੰਗ ਆਏ ਸਮ ਸਾਗਰ। ਤੇ ਜਿਹੜੇ ਸਤ ਸੰਗਤ ਹੈ ਇਹ ਸਾਗਰ ਦੇ ਸਮਾਨ ਹੈ। ਸਤ ਸੰਗਤ ਸਾਗਰ ਦੇ ਸਮਾਨ ਹੈ। ਜਿਸ ਮੈਂ ਅਸ ਸੁਟ ਰਤਨ ਉਜਾਗਰ। ਜਿਹਦੇ ਵਿੱਚ ਬਹੁਤ ਸਾਰੇ ਕੀਮਤੀ ਰਤਨ ਉਸ ਵਾਹਿਗੁਰੂ ਪਰਮੇਸ਼ਰ ਨੇ ਪਾਏ ਨੇ। ਗੁਰੂ ਕੀ ਜਿੱਥੇ ਸਤ ਸੰਗਤ ਹੈ ਨਾ, ਸਤ ਸੰਗਤ ਦੇ ਵਿੱਚ ਬਹੁਤ ਕੀਮਤੀ ਬਹੁ ਮੋਲੇ ਰਤਨ ਹਨ। ਮੈਤਰੀ ਮੁਦਿਤਾ
ਸਤ ਸੰਤੋਖੰ। ਕਿਹੜੇ ਕਿਹੜੇ ਗੁਣ ਨੇ, ਕਿਹੜੇ ਕਿਹੜੇ ਰਤਨ ਨੇ? ਮੈਤਰੀ ਭਾਵ, ਮੁਦਤਾ, ਮੁਕਤੀ, ਸਤ, ਸੱਚ ਦੀ ਪ੍ਰਾਪਤੀ ਤੇ ਸੰਤੋਖ। ਕਰੁਣਾ ਛਿਮਾ ਖਾਰਨੈ ਦੋਖੰ। ਕਰੁਣਾ ਭਾਵ, ਖਿਮਾ ਕਰਨ ਵਾਲਾ ਸੁਭਾਅ, ਖਾਰ ਨਾ ਦੋਖੰ। ਹੁਣ ਸਮੁੰਦਰ ਖਾਰਾ ਹੁੰਦਾ ਹੈ, ਸਮੁੰਦਰ ਖਾਰਾ ਹੋਣ ਕਰਕੇ ਜੇ ਕੋ ਉਹਦਾ ਜਲ ਵਰਤੇ ਤੇ ਉਹ ਦੁੱਖ ਦਿੰਦਾ ਹੈ, ਖਾਰਾਪਣ ਉਹਦਾ ਮਹਿਸੂਸ ਹੁੰਦਾ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜਾ ਸਤ ਸੰਗਤ ਰੂਪੀ ਸਾਗਰ ਹੈ ਇਹਦੇ ਵਿੱਚ ਆ ਰਤਨ ਮੌਜੂਦ ਨੇ, ਪਰ ਇਹਦੇ ਵਿੱਚ ਖਾਰਾਪਣ ਨਹੀਂ। ਸਤ ਸੰਗਤ ਦੇ ਵਿੱਚ ਖਾਰਾਪਣ ਦੁੱਖ ਨਹੀਂ ਦਿੰਦਾ। ਧੀਰਜ ਗਿਆਨ ਵਿਰਾਗ ਵਿਚਾਰਾ। ਸਤ ਸੰਗਤ ਦੇ ਵਿੱਚ ਕਿਹੜੇ ਰਤਨ ਨੇ? ਧੀਰਜ ਹੈ, ਗਿਆਨ ਹੈ, ਵੈਰਾਗ ਹੈ, ਵਿਚਾਰ ਹੈ। ਪਾਉ ਭਗਤ ਪਲ ਮੋਖ ਦਵਾਰਾ। ਭਾਉ ਪ੍ਰੇਮ ਹੈ, ਭਗਤੀ ਹੈ, ਭਲ ਮੋਖ ਦੁਆਰਾ, ਮੁਕਤੀ ਦਾ ਦਵਾਰ ਹੈ ਸਤ ਸੰਗਤ। ਸਮਦਮ ਜੋਗ ਆਦ ਜੇ ਸਭਈ। ਜਿਹੜੇ ਹੁਣ ਇੰਦਰੀਆਂ ਨੂੰ ਵਸ ਕਰਨ ਦੇ ਲਈ ਯੋਗੀ ਜਨ ਜਿਹੜੇ ਪ੍ਰਾਣਾਯਾਮ ਕਰਦੇ ਨੇ, ਸਮਦਮ ਆਦਿਕ, ਜਿਹੜੇ ਇਹ ਪ੍ਰਾਣ ਜਿਹੜੇ ਇੰਦਰੀਆਂ ਨੂੰ ਵਸ ਕਰਨ ਵਾਸਤੇ ਯੋਗ ਸਾਧਨਾ ਕਰਦੇ ਹਨ, ਉਪਜੈ ਸਦਾ ਨਾ ਨਿਖੁੱਟੈ ਕਬਈ। ਉਹਦੇ ਨਾਲ ਕਦੀ ਵੀ ਜਿਹੜਾ ਹੈ ਉਹ ਵਿਕਾਰ ਦੂਰ ਨਹੀਂ ਜਾਂਦੇ, ਕਾਰ ਨਹੀਂ ਭਜਦੇ, ਸਦਾ ਹੀ ਫਿਰ ਉਸ ਜਿਹੜੇ ਘੇਰ ਕੇ ਰੱਖਦੇ ਨੇ। ਪਾਤਸ਼ਾਹ ਕਹਿਣ ਲੱਗੇ ਨਖੁੱਟ ਨਾ ਨਖੁੱਟਾ ਕਭੀ, ਕਦੀ ਵੀ ਉਹ ਖਤਮ ਨਹੀਂ ਹੁੰਦੇ। ਜੋ ਇਸ ਸਾਗਰ ਵਿੱਚ ਸਮਾਵੇ। ਸਾਰਿਆਂ ਦੇ ਵਿੱਚੋਂ ਉੱਤਮ ਸਤ ਸੰਗਤ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜੇ ਸਤ ਸੰਗਤ ਰੂਪੀ ਸਾਗਰ ਦੇ ਵਿੱਚ ਸਮਾ ਜਾਂਦੇ ਹਨ, ਕਹੋ ਕਿਉ ਨਾ ਆਨੰਦ ਪਦ ਪਾਵੇ। ਪਾਤਸ਼ਾਹ ਕਹਿਣ ਲੱਗੇ ਕਿਉਂ ਨਾ ਆਨੰਦ ਪਰਮੇ ਆਨੰਦ ਪਦ ਨੂੰ ਪਾਉਣਗੇ, ਕਿਉਂ ਨਾ ਆਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੋਵੇਗੀ। ਜਿਹੜੇ ਮਨ ਕਰਕੇ ਸੰਗਤ ਵਿੱਚ ਜੁੜਨਗੇ ਤੇ ਧਿਆਨ ਨਾਲ ਗੁਰੂ ਦਾ ਉਪਦੇਸ਼ ਸੁਣਨਗੇ, ਸਤ ਸੰਗਤ ਦੀ ਸੇਵਾ ਕਰਨਗੇ, ਸਤ ਸੰਗਤ ਨਾਲ ਉਹਨਾਂ ਦੀ ਪ੍ਰੀਤ ਬਣੀ ਰਹੇਗੀ। ਪਾਤਸ਼ਾਹ ਕਹਿਣ ਲੱਗੇ ਕਿਉਂ ਨਾ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਉਹ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ। ਸਭ ਸਾਧਨ ਮੁਖ ਸਤ ਸੰਗ ਜੋਈ। ਸਾਰਿਆਂ ਸਾਧਨਾ ਦੇ ਵਿੱਚੋਂ ਭਾਵੇਂ ਯੋਗ ਸਾਧਨਾ ਪ੍ਰਾਣਾਯਾਮ ਆਦਿ ਕਰ ਲਈਏ, ਬੜੀਆਂ ਬੜੀਆਂ ਸਾਧਨਾ ਜਿਹੜੀਆਂ ਨੇ ਉਹ ਕਰਨ ਸਾਧਨ ਜਿਹੜੇ ਕਰਨਾ ਕਰੀਏ, ਪਰ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਦੇ ਵਿੱਚੋਂ ਮੁੱਖ ਜਿਹੜੀ ਉੱਤਮ ਹੈ ਉਹ ਸਤ ਸੰਗਤ ਹੈ। ਸਾਰਿਆਂ ਦੇ ਵਿੱਚੋਂ ਉੱਤਮ ਜਿਹੜੀ ਉਹ ਸਤ ਸੰਗਤ ਹੈ। ਇਸ ਮਿਲਨੇ ਸਭ ਪ੍ਰਾਪਤ ਹੋਈ। ਸਤ ਸੰਗਤ ਮਿਲਣ ਦੇ ਨਾਲ ਸਾਰਾ ਕੁਝ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਸੁਖ ਆਨੰਦ ਸਾਰੇ ਜਿੰਨੇ ਜੀਵਨ ਦੇ ਸੁਖ ਨੇ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਸਤ ਸੰਗਤ ਵਿੱਚ ਜੁੜਨ ਵਾਲਾ। ਜਿਨ ਪਾਛੇ ਕੀਨੋ ਸਤ ਸੰਗਾ। ਜਿਨ੍ਹਾਂ ਨੇ ਪਹਿਲਾਂ ਵੀ ਸਤ ਸੰਗਤ ਕੀਤੀ ਹੈ, ਮੁਕਤ ਪਏ ਸੇ ਤਿਨ ਭ੍ਰਮ ਭੰਗਾ। ਉਹਨਾਂ ਦਾ ਭਰਮ ਨਾਸ਼ ਹੋ ਗਿਆ, ਉਹਨਾਂ ਨੇ ਮੁਕਤੀ ਨੂੰ ਪਾ ਲਿਆ, ਮੁਕਤੀ ਪ੍ਰਾਪਤ ਕਰ ਲਈ। ਜੇ ਅਬ ਪ੍ਰੀਤ ਧਾਰ ਉਰ ਕਰ ਹੈ। ਤੇ ਜਿਹੜੇ ਹੁਣ ਵੀ ਪ੍ਰੀਤ ਧਾਰਨ ਕਰਕੇ ਸਤ ਸੰਗਤ ਕਰਨਗੇ, ਨੈ ਸੰਸੇ ਭਵ ਸਾਗਰ ਤਰ ਹੈ। ਉਹ ਨੇ ਸੰਸਾਰ ਰਹਿਤ ਹੋ ਕੇ ਭਵ ਸਾਗਰ ਨੂੰ ਤਰ ਲੈਣਗੇ। ਭਵ ਸਾਗਰ ਤਰਨ ਦਾ ਸੰਸਾ ਨਹੀਂ ਉਹਨਾਂ ਦੇ ਮਨ ਅੰਦਰ ਰਹੇਗਾ, ਡਰ ਨਹੀਂ ਰਹੇਗਾ, ਖਤਮ ਹੋ ਜਾਏਗਾ। ਡਰ ਰਹਿਤ ਹੋ ਕੇ ਜਿਹੜੇ ਸਤ ਸੰਗਤ ਕਰਨਗੇ ਪ੍ਰੇਮ ਧਾਰਨ ਕਰਕੇ, ਕਿੰਨਾ ਸਤ ਸੰਗਤ ਦਾ ਫਲ ਗੁਰੂ ਸਾਹਿਬ ਦੱਸ ਰਹੇ ਨੇ। ਜਪਜੀ ਸਾਹਿਬ ਦੇ ਅੰਦਰ ਵੀ ਗੁਰੂ ਸਾਹਿਬ ਜੀ ਨੇ 4 ਪੌੜੀਆਂ ਜਿਹੜੀਆਂ ਨੇ ਸਤ ਸੰਗਤ ਅੰਦਰ ਬੈਠ ਕੇ ਗੁਰੂ ਕਾ ਜਸ ਸੁਣਨ ਦੇ ਨਾਲ ਕਿੰਨਾ ਲਾਭ ਪ੍ਰਾਪਤ ਹੁੰਦਾ ਉਹਦੇ ਵਿੱਚ ਦੱਸਿਆ। ਪਾਤਸ਼ਾਹ ਕਹਿੰਦੇ ਸਤ ਸੰਗਤ ਵਿੱਚ ਜਿਹੜੇ ਬੈਠ ਕੇ ਸਤ ਸੰਗਤ ਕਰਨਗੇ ਉਹ ਇਹ ਨਿਸੰਸੈ ਡਰ ਰਹਿਤ ਹੋ ਕੇ ਭਵ ਸਾਗਰ ਨੂੰ ਤਰ ਜਾਣਗੇ। ਬੋਰ ਜੇ ਕਰ ਹੈ ਔਰ ਅਗਾਰੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਬਚਪਨ ਵਿੱਚ ਸਤ ਸੰਗਤ ਵਿੱਚ ਚੱਲ ਕੇ ਆ ਜਾਣਗੇ, ਜਿਨ੍ਹਾਂ ਨੂੰ ਬਚਪਨ ਵਿੱਚ ਸਤ ਸੰਗਤ ਪ੍ਰਾਪਤ ਹੋਏਗੀ, ਜਿਹੜੀ ਛੋਟੀ ਉਮਰਾਂ ਵਿੱਚ ਹੀ ਸਤ ਸੰਗਤ ਕਰਨ ਵਿੱਚ ਲੱਗ ਜਾਣਗੇ, ਤਿਨ ਕੀ ਹੋਵੇ ਮੁਖ ਸੁਖਾਰੀ। ਉਹਨਾਂ ਦੀ ਮੁਕਤੀ ਹੋਰ ਵੀ ਸੁਖਾਲੀ ਹੋ ਜਾਏ। ਗੁਰੂ ਪਿਆਰ ਵਾਲਿਓ ਜਰੂਰ ਪ੍ਰੇਰਿਆ ਕਰੋ ਬੱਚਿਆਂ ਨੂੰ, ਕਿਉਂਕਿ ਅੱਜ ਵੇਖਦੇ ਆ ਜਦੋਂ ਵੀ ਕਿਤੇ ਸਮਾਗਮ ਹੋਣ, ਕੀਰਤਨ ਦਰਬਾਰ, ਕੋਈ ਦਿਹਾੜੇ ਮਨਾਏ ਜਾਣ, ਉਹਨਾਂ ਵਿੱਚ ਬਹੁਤਾਤ ਵਿੱਚ ਵੇਖਦੇ ਆ ਕਿ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਇਆ ਕਰਦੀ ਹੈ। ਅੱਜ ਨੌਜਵਾਨੀ ਜਾਂ ਬੱਚੇ ਜਿਹੜੇ ਹਨ ਉਹ ਸੰਗਤ ਵਿੱਚ ਬਹੁਤ ਘੱਟ ਚੱਲ ਕੇ ਆਉਂਦੇ ਨੇ। ਉਹਨਾਂ ਨੂੰ ਸਾਨੂੰ ਪ੍ਰੇਰਣਾ ਕਰਨੀ ਪੈਣੀ ਹੈ, ਲੈ ਕੇ ਆਉਣਾ ਪਵੇਗਾ, ਪ੍ਰੇਰਣਾ ਕਰਾਂਗੇ।
ਸਵੇਰ ਵੇਲੇ ਇੱਥੇ ਸਥਾਨ ਤੇ ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਇੱਕ ਸੱਜਣ ਬਹੁਤ ਲੰਬੇ ਸਮੇਂ ਤੋਂ ਉਹਨੂੰ ਵੇਖ ਰਹੇ ਆ, ਤੂੰ ਆਪਣਾ ਉਹਨਾਂ ਦਾ ਛੋਟਾ ਜਿਹਾ ਬੱਚਾ ਸੀ ਜਦੋਂ ਉਹਨੂੰ ਸਤ ਸੰਗਤ ਦੇ ਵਿੱਚ ਸਵੇਰੇ ਆਸਾ ਦੀ ਵਾਰ ਵਿੱਚ ਲੈ ਕੇ ਆਉਣਾ ਅੰਮ੍ਰਿਤ ਵੇਲੇ। ਅੱਜ ਉਹ ਬੱਚਾ ਜਵਾਨ ਹੈ, ਉਹਦੀ ਹਰ ਰੋਜ਼ ਦੀ ਹਾਜ਼ਰੀ ਹੈ, ਕਦੀ ਵੀ ਨਾਗਾ ਨਹੀਂ ਪਾਉਂਦਾ ਬੱਚਾ। ਹਰ ਰੋਜ਼ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦਾ ਹੈ। ਇਹ ਉਪਰਾਲਾ ਯਤਨ ਕਰਨਾ ਪਏਗਾ, ਬੱਚਿਆਂ ਨੂੰ ਪ੍ਰੇਰਣਾ ਕਰੀਏ, ਬੱਚਿਆਂ ਨੂੰ ਨਾਲ ਲੈ ਕੇ ਆਈਏ ਸਤ ਸੰਗਤ ਵਿੱਚ। ਪਾਤਸ਼ਾਹ ਕਹਿਣ ਲੱਗੇ ਜਿਹੜੇ ਬਚਪਨ ਵਿੱਚ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਗਈ, ਉਹਨਾਂ ਦੀ ਮੁਕਤੀ ਜਿਹੜੀ ਸੁਖਾਲੇ ਸਹਿਜੇ ਹੋ ਜਾਏਗੀ, ਸੁਖਾਲੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਣਗੇ। ਮਹਾਭਾਗ ਲੈਣੇ ਸੁਨ ਲੀਜੇ, ਮਹਾਭਾਗ ਉਤਮ ਭਾਗ ਹਨ ਭਾਈ ਲਹਿਣਾ ਜੀ ਦੇ, ਜਿਨ੍ਹਾਂ ਨੇ ਗੁਰੂ ਉਪਦੇਸ਼ ਪਾਤਸ਼ਾਹ ਜੀ ਦਾ ਸੁਣਿਆ ਹੈ। ਤਾਂ ਤੇ ਸਤ ਸੰਗ ਰੀਤ ਕਰੀਜੈ, ਕਹਿਣ ਲੱਗੇ ਭਾਈ ਲਹਿਣਾ ਜੀ ਤੁਹਾਡੇ ਵੱਡੇ ਭਾਗ ਹਨ, ਤੁਸੀਂ ਜੋ ਉਪਦੇਸ਼ ਸੁਣਿਆ ਇਸ ਕਰਕੇ ਸਤ ਸੰਗਤ ਦੀ ਰੀਤੀ ਜਿਹੜੀ ਕਰਨੀ ਹੈ, ਸਤ ਸੰਗਤ ਨਿਤਾ ਪ੍ਰਤ ਕਰਨੀ ਹੈ। ਪਾਉ ਭਗਤ ਕਰਨੀ ਬਿਦਨੀ ਕੀ, ਭਾਉ ਭਗਤੀ ਪ੍ਰੇਮਾ ਭਗਤੀ ਜਿਹੜੀ ਇਸ ਤਰ੍ਹਾਂ ਦੇ ਨਾਲ ਸਤ ਸੰਗਤ ਦੇ ਵਿੱਚ ਜੁੜ ਕਰਕੇ ਰੀਤੀ ਨਾਲ ਕਰਨੀ ਹੈ। ਹਿਰਦੇ ਗਿਆਨ ਗਤ ਹੋਏ ਇਸ ਜੀ ਕੀ, ਤੇ ਜਿਹੜਾ ਇਸ ਤਰ੍ਹਾਂ ਦੇ ਨਾਲ ਕਰੇਗਾ ਉਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਏਗਾ ਤੇ ਇਸ ਜੀਵ ਦੀ ਗਤੀ ਹੋ ਜਾਏਗੀ, ਇਹ ਮੁਕਤ ਹੋ ਜਾਏਗਾ, ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਮਹਾਨ ਮਹਿਮਾ ਹੈ ਸਤ ਸੰਗਤ ਦੀ, ਉਹ ਭਾਈ ਲਹਿਣਾ ਜੀ ਨੂੰ ਸਮਝਾਉਣਾ ਕੀਤੀ, ਨਿਜ ਸਰੂਪ ਦੇ ਦਰਸ਼ਨ ਕਰਵਾਏ। ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਅੱਗੇ ਆਪ ਸਾਹਿਬ ਗੁਰੂ ਪਾਤਸ਼ਾਹ ਜੀ ਕਿਵੇਂ ਪਾਵਨ ਉਪਦੇਸ਼ ਦੇ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਨੇ, ਆਪ ਜੀ ਅਗਲੇ ਪ੍ਰਕਰਨ ਅੰਦਰ ਸਰਵਨ ਕਰੋਗੇ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ, ਰਹਿਮਤ ਕਰਨ, ਸਾਡੇ ਤੇ ਵੀ ਸਾਰਿਆਂ ਤੇ ਤਰਸ ਕਰਨ ਕਿ ਸਦਾ ਸਤ ਸੰਗਤ ਦੀ ਪ੍ਰਾਪਤੀ ਸਾਨੂੰ ਹੁੰਦੀ ਰਹੇ। ਇਹ ਸਤ ਸੰਗਤ ਦੀਆਂ ਘੜੀਆਂ ਗੁਰੂ ਸਾਹਿਬ ਤਰਸ ਕਰਕੇ ਬਖਸ਼ਦੇ ਰਹਿਣ, ਤਾਂ ਕਿ ਸਤ ਸੰਗਤ ਵਿੱਚ ਜੁੜ ਕਰਕੇ ਅਸੀਂ ਵੀ ਜਨਮ ਮਰਨ ਤੋਂ ਮੁਕਤ ਹੋ ਜਾਈਏ, ਭਵ ਸਾਗਰ ਨੂੰ ਤਰ ਸਕੀਏ। ਸਤਿਗੁਰੂ ਜੀ ਰਹਿਮਤ ਵਰਤਾਈ ਰੱਖਣ। ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਕੋਲੋਂ ਮੰਗਣਾ ਕਰੀਏ। ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ। ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ ਦਾਤਾਰ ਆਪਣਾ ਨਾਮ ਦੇਹੋ। ਦਾਤਾਰ ਆਪਣਾ ਨਾਮ ਦਿਓ, ਵਿਸਰਨਾਈ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 हे अच्युत हे पार ब्रह्मा ਅਬਨਾਸੀ ਅਗਨਾਸ हे पूरण हे सर्वमय ਮੁਖ ਪੰਜਨ ਗੁਣਤਾਸ हे संग हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਜਾਂ ਕੇ ਸਦਾ ਬਵੇਕ हे अपरंपर हर हरे ਹੈ ਪੀਓ ਅਣਹਾਰ हे संत का सदा संग ਧਾਰਾ ਆਧਾਰ हे ठाकुर हूँ दास रो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजा नाम दान ਰਾਖੋਈ ਐ ਪਰੋਏ आए प्रभु शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਗੁਰ ਪਾਰੇ ਉਤਾਰ ਨਿਹਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਗੁਰ ਪਾਰੇ ਉਤਾਰ ਨਿਹਾਰ वाहिगुरु जी का खालसा वाहिगुरु जी की फतेह।